ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਵਾਅਦੇ ਦੇ ਮੁਤਾਬਕ ਅੱਜ ਇੱਕ ਵਾਰ ਫੇਰ ਅਸੀਂ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ ਨਾਲ ਹਾਂ ਅੰਮ੍ਰਿਤਸਰ 'ਚ, ਜਿੱਥੇ ਕਿ ਆਰਟ ਐਡੀਟੋਰੀਅਮ ਆਰਟ ਗੈਲਰੀ ਦੇ ਵਿੱਚ ਸਾਇੰਸ ਸੈਮੀਨਾਰ, ਆਪਾਂ ਇਹਨੂੰ ਸੈਮੀਨਾਰ ਹੀ ਕਹਾਂਗੇ, ਕਲਾਸਿਸ ਨਹੀਂ ਕਹਾਂਗੇ, ਸੈਮੀਨਾਰ ਹੋਣ ਜਾ ਰਿਹਾ, ਜਿੱਥੇ ਕਿ ਡਾਕਟਰ ਵਰਿੰਦਰ ਸਿੰਘ ਭੁੱਲਰ ਹੁਣੀ ਪਹੁੰਚੇ ਨੇ ਤੇ ਅੰਦਰ ਚੱਲ ਕੇ ਉਹ ਚੀਜ਼ ਨਜ਼ਰ ਆਏਗੀ ਜਿਸ ਬਾਰੇ ਅੱਜ ਤੱਕ ਡਾਕਟਰ ਵਰਿੰਦਰ ਸਿੰਘ ਭੁੱਲਰ ਕੱਲੇ ਬੰਦੇ ਨੂੰ ਸਮਝਾਉਂਦੇ ਆਏ ਨੇ। ਲੇਕਿਨ ਅੱਜ ਜੋ ਚੀਜ਼ ਕੈਮਰੇ ਤੇ ਆ ਕੇ ਉਸ ਤੋਂ ਬਾਅਦ ਪਬਲਿਕ ਦੇ ਵਿੱਚ ਜਾਏਗੀ ਤੇ ਸਾਰਿਆਂ ਨੂੰ ਇਹ ਪਤਾ ਲੱਗੇਗਾ ਕਿ ਰੋਗ ਜਿਹੜੇ ਅਸੀਂ ਇੱਕ ਕਰਕੇ ਸਾਡੇ ਬੋਡੀ ਨੂੰ ਜਿਹੜੀ ਹੈ ਉਹ ਖਾ ਰਹੇ ਨੇ। 8000 ਤੋਂ ਵੱਧ ਬਿਮਾਰੀਆਂ ਜਿਹੜੀਆਂ ਨੇ ਉਹ ਜਿਹੜੇ ਮਾਡਰਨ ਸਾਇੰਸ ਨੇ ਬਣਾ ਦਿੱਤੀਆਂ ਨੇ, ਉਹ ਕਿਉਂ ਨੇ, ਉਹਦੇ ਪਿੱਛੇ ਦੇ ਕਾਰਨ ਕੀ ਨੇ। 8000 ਬਿਮਾਰੀਆਂ ਹੈ ਵੀ ਨੇ ਜਾਂ ਫਿਰ ਉਹਦੇ ਪਿੱਛੇ ਦੇ ਕਾਰਨ ਕੁਝ ਕਾਰਨ ਨੇ ਜਾਂ ਇੱਕੋ ਹੀ ਕਾਰਨ ਹੈ। ਇਹ ਅੱਜ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣੀ ਆਪਾਂ ਨੂੰ ਸਾਇੰਸ ਜਿਹੜਾ ਸੈਮੀਨਾਰ ਹੋਣ ਜਾ ਰਿਹਾ ਉਹਦੇ ਵਿੱਚ ਸਮਝਾਉਣਗੇ। ਥੋੜੀ ਜਿਹੀ ਆਉਣ ਸਾਰ ਆਪਾਂ ਇਹਨਾਂ ਤੋਂ ਜਾਣਕਾਰੀ ਲੈਂਦੇ ਆ ਤੇ ਫਿਰ ਅੰਦਰ ਜਾਵਾਂਗੇ, ਦੇਖਾਂਗੇ ਕੀ ਚਮਤਕਾਰ ਹੁੰਦਾ ਹੈ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਸਵਾਗਤ। ਨਿਊਜ਼ ਏਸ਼ੀਆ ਪੰਜਾਬੀ ਔਰ ਸਾਰੀ ਸੰਗਤ ਦਾ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਵਾਅਦਾ ਪੂਰਾ ਹੋ ਗਿਆ ਵੀ ਆਪਾਂ ਸੈਮੀਨਾਰ ਜਿੱਦਾਂ ਆਪਾਂ ਅਨਾਉਂਸਮੈਂਟ ਕੀਤੀ ਸੀ ਲੁਧਿਆਣੇ ਦੇ ਵਿੱਚ, ਤੇ ਅੱਜ ਵਾਅਦਾ ਪੂਰਾ ਹੋ ਰਿਹਾ। ਬਿਲਕੁਲ ਜੀ, ਸੰਗਤ ਦੇ ਆਸ਼ੀਰਵਾਦ ਨਾਲ, ਉਸ ਪਰਮੇਸ਼ਰ ਦੇ ਓਟ ਆਸਰੇ ਦੇ ਨਾਲ ਜੋ ਚੀਜ਼ਾਂ ਬੋਲੀਆਂ ਨੇ ਉਹ ਕਰਨ ਦਾ ਪੂਰਾ ਜਜ਼ਬਾ, ਜਨੂਨ, ਕਿਉਂਕਿ ਸਾਰੀ ਚੀਜ਼ਾਂ ਸਾਰਿਆਂ ਦੀ ਸਪੋਰਟ ਨਾਲ ਹੋ ਰਹੀ ਹੈ। ਵੱਡੀ ਚੀਜ਼ ਹੈਗੀ ਕਿ ਜੋ ਸੁਧਾਰ ਸਾਨੂੰ ਚਾਹੀਦੇ ਨੇ, ਨੈਚੁਰਲ ਹੈਲਥ ਸਾਇੰਸਿਸ ਨੂੰ ਲੈ ਕੇ ਜੋ ਅਵੇਅਰਨੈਸ ਚਾਹੀਦੀ ਹੈ, ਬੋਲਣ ਵਾਲੇ ਔਨ ਕੈਮਰਾ ਬਹੁਤ ਲੋਕ ਨੇ, ਠੀਕ ਹੈ, ਲੇਕਿਨ ਵੱਡੀ ਚੀਜ਼ ਹੈਗੀ ਕਿ ਪ੍ਰੈਕਟੀਕਲੀ ਵਰਕ ਬਹੁਤ ਜ਼ਰੂਰੀ ਹੈ। ਸੋ ਅਸੀਂ ਇਹ ਨਹੀਂ ਕਹਿ ਰਹੇ ਕਿ ਅਸੀਂ ਅਸੀਂ ਬਹੁਤ ਸੂਝਵਾਨ ਆ, ਬੱਚੇ ਆ, ਲੇਕਿਨ ਜਿੰਨਾ ਕੁ ਪਰਮੇਸ਼ਰ ਨੇ ਸੁੱਧ ਬੁੱਧ ਬਖਸ਼ੀ ਹੋਈ ਹੈ ਉਹਨੂੰ ਅਸੀਂ ਇੱਕ ਐਕਸ਼ਨ ਮੂਡ ਦੇ ਅੰਦਰ ਪ੍ਰੈਕਟੀਕਲੀ ਜਾਮਾ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਜਿਹੜੀ ਚੀਜ਼ ਆਪਾਂ ਹਰ ਵੀਡੀਓ 'ਚ ਬੋਲਦੇ ਆ ਰਹੇ ਆ ਕਿ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖਣ ਵਾਲੇ ਡਾਕਟਰ ਖੁਦ ਬਣੋ, ਤਾਂ ਉਹਦਾ ਤਕਰੀਬਨ ਕੋਵਿਡ ਤੋਂ ਬਾਅਦ 1.5 ਸਾਲ ਬਾਅਦ ਅੱਜ ਇਹ ਪਰਮੇਸ਼ਰ ਨੇ ਸਮਾਂ ਬਖਸ਼ਿਆ ਕਿ ਸਾਰੀ ਸੰਗਤ ਦੇ ਦਰਸ਼ਨ ਹੋਣਗੇ ਔਰ ਖੁੱਲ੍ਹ ਕੇ ਵਾਪਸ ਫਿਰ ਉਹ ਕਲਾਸਿਸ ਸ਼ੁਰੂ ਅਸੀਂ ਕਰ ਰਹੇ ਹੈਗੇ ਹਾਂ ਜੀ। ਤੇ ਥੋੜਾ ਜਿਹਾ ਚਾਨਣਾ ਅੰਦਰ ਜਾ ਕੇ ਤਾਂ ਆਪਾਂ ਕਰਾਂਗੇ ਜੋ ਕਿ ਵਾਕਈ ਹੀ ਅੱਜ ਦਾ ਜਿਹੜਾ ਸੈਮੀਨਾਰ ਹੋਣ ਜਾ ਰਿਹਾ ਇਹਦੇ ਤੇ ਕੁਝ ਅਜਿਹਾ ਉਹਨਾਂ ਨੂੰ ਮਿਲਣ ਵਾਲਾ ਜਿਹਦੇ ਨਾਲ ਉਹ ਆਪਣੇ ਡਾਕਟਰ ਆਪ ਬਣ ਜਾਣਗੇ ਆਉਣ ਵਾਲੇ ਟਾਈਮ। ਬਿਲਕੁਲ ਜੀ, ਬਿਲਕੁਲ। ਜਿਹੜਾ ਸਾਡਾ ਮਿਸ਼ਨ ਹੈ ਕਿ ਪਹਿਲਾਂ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤੰਦਰੁਸਤ ਰੱਖਣਾ, ਡਾਕਟਰ ਬਣਾਉਣਾ ਹੈ, ਫਿਰ ਤੁਹਾਡੇ ਅੰਦਰ ਉਦਮ ਪੈਦਾ ਕਰਨਾ ਕਿ ਤੁਸੀਂ ਆਪਣੇ ਬੱਚਿਆਂ ਦੀ ਆਪਣੀ ਉਮਰ ਨੂੰ 100 ਸਾਲ ਤੱਕ ਲੈ ਕੇ ਜਾਓ। ਉਦਮ ਪੈਦਾ ਕਰਨਾ, ਅਸੀਂ ਨਹੀਂ ਕਹਿ ਰਹੇ ਅਸੀਂ ਲੈ ਕੇ ਜਾਵਾਂਗੇ, ਲੈ ਕੇ ਤੁਸੀਂ ਜਾਓਗੇ, ਅਸੀਂ ਤਾਂ ਉਦਮ ਕ੍ਰੀਏਟ ਕਰਨ ਦੀ ਇੱਕ ਟ੍ਰੇਨਿੰਗ ਦੇਣੀ ਹੈ ਕਿ ਉਹ ਉਦਮ ਕੀਤਾ ਕਿਵੇਂ ਜਾ ਸਕਦਾ। ਔਰ ਤੀਸਰਾ ਹੈਗਾ, ਪਹਿਲਾ ਸੁੱਖ ਨਿਰੋਗੀ ਕਾਇਆ, ਦੂਜਾ ਸੁੱਖ ਹੈ ਘਰ ਵਿੱਚ ਮਾਇਆ। ਸੋ ਤਿੰਨਾਂ ਨੂੰ ਅਸੀਂ ਇੱਕ ਪ੍ਰੈਕਟੀਕਲੀ ਜਾਮਾ ਦੇਣ ਦੀ ਕੋਸ਼ਿਸ਼ ਕਰ ਰਹੇ ਔਰ ਤਿੰਨੇ ਚੀਜ਼ਾਂ ਦੀ ਸ਼ੁਰੂਆਤ ਗਿਆਨ ਤੋਂ ਹੋਣੀ ਹੈ, ਠੀਕ ਹੈ। ਅਸੀਂ ਜੇ ਅੱਜ ਬਿਮਾਰ ਹਾਂ ਤਾਂ ਅਸੀਂ ਇਸ ਕਰਕੇ ਬਿਮਾਰ ਨਹੀਂ ਹੈ ਕਿ ਸਾਡੇ ਸਰੀਰ ਨੂੰ ਦਵਾਈਆਂ ਦੀ ਕਮੀ ਹੈ, ਅਸੀਂ ਇਸ ਕਰਕੇ ਬਿਮਾਰ ਹਾਂ ਕਿ ਸਾਡੇ ਦਿਮਾਗ ਨੂੰ, ਸਾਡੇ ਜੀਵਨ ਨੂੰ ਗਿਆਨ ਦੀ, ਤੰਦਰੁਸਤੀ ਵਾਲੇ ਗਿਆਨ ਦੀ ਕਮੀ ਹੈ। ਉਹਨੂੰ ਜਿੰਨੀ ਕੁ ਪਰਮੇਸ਼ਰ ਨੇ ਸਾਨੂੰ ਸੁੱਧ ਬੁੱਧ ਬਖਸ਼ੀ ਹੋਈ ਹੈ ਉਹ ਅੱਜ ਅਸੀਂ ਵੰਡਣ ਦੀ ਕੋਸ਼ਿਸ਼ ਕਰਾਂਗੇ। ਫਿਰ ਚੱਲੀਏ ਅੰਦਰ ਜੀ। ਬਿਲਕੁਲ, ਚਲੋ। ਆਪਣੀ ਜੋਤ ਨਾਲ ਨਵਾਜਿਆ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਸਾਨੂੰ ਉਹਨੇ ਆਪਣੀ ਜੋਤ ਨਾਲ ਨਵਾਜਿਆ। ਉਹ ਜੇ ਉਹ ਸਿਰਜਣਹਾਰ ਹੈ ਸ੍ਰਿਸ਼ਟੀ ਦਾ,
ਉਹਨੇ ਸਾਨੂੰ ਸਾਡੇ ਘਰ ਦਾ ਸਿਰਜਣਹਾਰਾ ਬਣਾਇਆ। ਜੇ ਨਾ ਬਣਾਇਆ ਹੁੰਦਾ ਤਾਂ ਸਾਡੇ ਘਰ ਦੇ ਅੰਦਰ ਪੈਦਾ ਹੋਣ ਵਾਲਾ ਬੱਚਾ ਸਾਡੇ ਸਰੀਰ ਚੋਂ ਪੈਦਾ ਨਾ ਹੁੰਦਾ। ਸਾਰੀਆਂ ਤਾਕਤਾਂ ਦਿੱਤੀਆਂ, ਸਾਰੀਆਂ ਪਾਵਰਾਂ ਦਿੱਤੀਆਂ, ਯੂਜ਼ ਕਰਨ ਦੇ ਵਾਸਤੇ ਸਾਡੇ ਕੋਲ ਵਿਚਾਰਾਂ ਦੀ ਤੇ ਇੱਛਾ ਸ਼ਕਤੀ ਦੀ ਕਮੀ ਰਹਿ ਗਈ ਸੀ। ਸੋ ਉਹਨੇ ਸਾਨੂੰ ਰੋਗਾਂ ਨਾਲ ਗਲ ਕੇ ਮਰਨ ਲਈ ਪੈਦਾ ਨਹੀਂ ਕੀਤਾ। ਉਹਨੇ ਆਪਣੇ ਬੱਚੇ ਪੈਦਾ ਕਰਕੇ ਉਹਨਾਂ ਨੂੰ ਪਾਲਣ ਪੋਸ਼ਣ ਕਰਕੇ ਮਰ ਜਾਣਾ ਇਹਦੇ ਲਈ ਵੀ ਪੈਦਾ ਨਹੀਂ ਕੀਤਾ। ਉਹਨੇ ਸਾਨੂੰ ਆਪਣੇ ਵਰਗਾ ਬਣਾਉਣ ਦੇ ਪਿੱਛੋਂ ਦਾ ਮਕਸਦ ਸੀ ਕੁਝ ਹਟ ਕੇ, ਕੁਝ ਅਲੱਗ। ਉਹ ਇਨਸਾਨ ਜਿਹੜਾ ਇਸ ਚੱਕਰਵਿਊਹ ਦੇ ਵਿੱਚ ਫਸ ਵੀ ਜਾਵੇ ਤਾਂ ਆਪਣੀ ਬੁੱਧੀ ਨਾਲ ਬਾਹਰ ਵੀ ਆ ਸਕੇ। ਸਮੱਸਿਆ ਕਿ ਅਸੀਂ ਫਸ ਗਏ ਆ, ਬਾਹਰ ਆਉਣ ਦੇ ਵਿੱਚ એનર્ਜੀ ਲੱਗ ਰਹੀ ਹੈਗੀ ਆ। ਜਿੰਨੀ ਵੱਡੀ ਸਮੱਸਿਆ 'ਚ ਫਸੇ ਆ, ਉਹਨੇ ਵੱਡੇ ਕਿਸੇ ਬੁੱਧੀਜੀਵ ਦਾ ਸਹਾਰਾ ਲੈਣ ਦੀ ਜ਼ਰੂਰਤ ਸੀ। ਤਾਂ ਕੁਝ ਇਸ ਤਰ੍ਹਾਂ ਦੇ ਸੀ ਵਿਸ਼ਵ ਦੇ ਬੁੱਧੀਜੀਵ ਚੁਣੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਪੂਰੇ ਦਾ ਪੂਰਾ ਨਿਸ਼ਾਵਰ ਕਰ ਦਿੱਤਾ ਲੋਕਾਂ ਦੀ ਸੇਵਾ ਦੇ ਵਿੱਚ। ਡਾਕਟਰ ਲਾਇਨਸ ਪੋਲਿੰਗ ਦੀ ਬਹੁਤ ਵਾਰੀ ਜ਼ਿਕਰ ਕੀਤਾ ਅਸੀਂ ਵੀਡੀਓ ਦੇ ਵਿੱਚ ਵੀ। ਇਹਨਾਂ ਨੇ ਸੈੱਲ ਰਿਫਾਰਮ ਥੈਰੇਪੀ ਨੂੰ ਇੰਟਰੋਡਿਊਸ ਕਰਵਾਇਆ। ਕੱਲੇ 2 ਵਾਰ ਦਾ ਨੋਬਲ ਪ੍ਰਾਈਜ਼ ਇਨਸਾਨ ਸੀ। ਪਹਿਲਾ ਇਹਨੂੰ ਮਿਲਿਆ, ਇਹਨੇ ਸੈਕੰਡ ਵਰਲਡ ਵਾਰ ਦੇ ਵਿੱਚ ਬਹੁਤ ਇੱਕ ਅੱਛਾ ਬੁੱਧੀਜੀਵ ਵਾਲਾ ਕੰਮ ਕੀਤਾ। ਉਸੇ ਵਾਰ ਨੂੰ ਸ਼ਾਂਤ ਕਰਵਾਉਣ ਦਾ ਕੰਮ ਕੀਤਾ, ਬਹੁਤ ਸਾਰੇ ਦੇਸ਼ਾਂ ਨੂੰ ਚੁੱਪ ਕਰਾਇਆ ਔਰ ਕਈ ਬੇਗੁਨਾਹ ਨੂੰ ਮਰਨ ਤੋਂ ਬਚਾਇਆ। ਇਹਨੂੰ ਪੀਸ ਦਾ ਮਿਲਿਆ, ਫਿਰ ਸ਼ਾਂਤੀ ਦਾ। ਦੂਸਰਾ ਕੈਮਿਸਟਰੀ ਤੇ ਇਹਨੇ 3500 ਪੇਜਾਂ ਦਾ ਗ੍ਰੰਥ ਲਿਖਿਆ ਹਿਊਮਨ ਬੋਡੀ ਤੇ। ਕਿੰਨੇ ਪੇਜਾਂ ਦਾ ਜੀ? 3500 ਪੇਜਾਂ ਦਾ ਗ੍ਰੰਥ ਲਿਖਿਆ ਔਰ ਗ੍ਰੰਥ ਲਿਖਣ ਤੋਂ ਬਾਅਦ ਨਿਚੋੜ ਇੱਕ ਲਾਈਨ ਚ ਪਾਤਾ। ਉਹ ਨਿਚੋੜ ਕੀ ਸੀ? ਕਹਿੰਦਾ 3500 ਪੇਜ ਪੜ੍ਹਨ ਦੀ ਲੋੜ ਨਹੀਂ ਹੈ, ਇੱਕ ਨਿਚੋੜ ਪੜ੍ਹ ਲਓ, ਸਾਰਾ ਸਰੀਰ ਵਿੱਚ ਪਾਤਾ ਹੈ। ਉਹ ਨਿਚੋੜ ਕੀ ਸੀ? ਕਹਿੰਦਾ ਪੂਰੇ ਸਰੀਰ ਦੀ ਕੋਖ ਕਰਨ ਤੋਂ ਬਾਅਦ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਆਪਣੇ ਸਰੀਰ 'ਚ ਕੋਈ ਵੱਡੀ ਤੋਂ ਵੱਡੀ ਘਾਟ, ਕਮਜ਼ੋਰੀ, ਇਨਫੈਕਸ਼ਨ, ਬੈਕਟੀਰੀਆ, ਵਾਇਰਸ ਅਗਰ ਕੋਈ ਆਂਦਾ ਹੈ ਤਾਂ ਉਹ ਆਂਦਾ ਕਿਸੇ ਨਾ ਕਿਸੇ ਖਣਿਜ ਤੱਤ ਦੀ ਕਮੀ ਕਰਕੇ। ਕਿਹਦੇ ਕਰਕੇ? ਕਿਹਦੀ ਕਮੀ ਕਰਕੇ? ਖਣਿਜ ਤੱਤ ਦੀ ਕਮੀ ਕਰਕੇ। ਕਹਿੰਦਾ ਸਾਡੇ ਸਰੀਰ ਦੇ ਅੰਦਰ ਰੋਗ ਕਿਸੇ ਇੰਜੈਕਸ਼ਨ, ਕੈਪਸੂਲ, ਕਿਸੇ ਟੈਬਲੇਟ ਦੀ ਕਮੀ ਕਰਕੇ ਨਹੀਂ ਹੁੰਦਾ। ਸਾਡਾ ਸਰੀਰ ਜਦੋਂ ਵੀ ਰੋਗੀ ਹੁੰਦਾ ਤਾਂ ਉਸ ਖਣਿਜ ਤੱਤ ਦੀ ਕਮੀ ਕਰਕੇ ਹੁੰਦਾ ਜਿਹੜਾ ਸਾਨੂੰ ਮਾਂ ਦੇ ਗਰਭ 'ਚ ਮਿਲਿਆ ਸੀ। ਹਲੋ ਜਾਂ ਸੁਣ ਲਓ, ਜਿਹੜਾ ਮਾਂ ਦੇ ਗਰਭ ਤੋਂ, ਉਹਦੀ ਡਾਈਟ 'ਚੋਂ, ਉਹਦੀ ਹਵਾ 'ਚੋਂ, ਪਾਣੀ 'ਚੋਂ, ਜ਼ਮੀਨ 'ਚੋਂ, ਖਾਣੇ 'ਚੋਂ ਸਾਨੂੰ ਮਿਲਦਾ ਸੀ। ਜਦੋਂ ਸਾਡੀ ਹੱਡੀ ਬਣੀ, ਮਾਸ ਬਣਿਆ, ਸਾਡੀ ਮਸਲ ਬਣੇ, ਸਾਡੀ ਸੈੱਲ ਬਣੀ, ਕੋਸ਼ਕਾ ਬਣੀ, ਇਮਿਊਨਿਟੀ ਬਣੀ, ਔਰਾ ਬਣਿਆ, ਸਾਰੇ ਚੂਚ ਬਣੀ। ਉਹਨਾਂ ਵਿੱਚੋਂ ਜਦੋਂ ਕਿਸੇ ਇੱਕ ਦੀ ਕਮੀ ਹੋ ਜਾਂਦੀ, ਸਾਡਾ ਸਰੀਰ ਕਮਜ਼ੋਰੀ ਵੱਲ, ਘਾਟ ਵੱਲ, ਫਿਰ ਬਿਮਾਰੀ ਵੱਲ ਮੂਵ ਕਰ ਜਾਂਦਾ। ਉਹ ਕਹਿੰਦਾ ਸਾਨੂੰ ਕਿਸੇ ਦਵਾਈ ਦੀ ਕਮੀ ਨਹੀਂ ਹੁੰਦੀ। ਸੋ ਤੁਸੀਂ ਅੰਦਰ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਅੱਜ ਸਾਇੰਸ ਸੈਮੀਨਾਰ ਹੋਇਆ, ਜਿਹਦੇ ਵਿੱਚ ਪਬਲਿਕ ਇੱਕਦਮ ਬੰਨ ਕੇ ਬੈਠੀ ਰਹੀ, ਆਪਣੇ ਆਪ ਨੂੰ ਕਿਸੇ ਪਾਸੇ ਜਾਣ ਦੀ ਉਹਨਾਂ ਦੀ ਇੱਛਾ ਵੀ ਨਹੀਂ ਹੋਈ। ਅਕਸਰ ਆਪਾਂ ਦੇਖਦੇ ਹਾਂ ਕਿ ਇਦਾਂ ਦੇ ਕੋਈ ਸਮਾਗਮ ਹੁੰਦੇ ਨੇ ਤਾਂ ਉਹਦੇ ਵਿੱਚ ਥੋੜੇ ਸਮੇਂ ਦੇ ਬਾਅਦ ਜਿਹੜੀ ਆ ਉਹਦੇ ਚ ਗਿਣਤੀ ਘਟਦੀ ਚਲੀ ਜਾਂਦੀ ਹੈ। ਤਾਂ ਤੁਸੀਂ ਸ਼ੁਰੂ ਦੀ ਗਿਣਤੀ ਦੇਖ ਸਕਦੇ ਹੋ ਤਾਂ ਅਖੀਰ ਦੇ ਵਿੱਚ ਜਦੋਂ ਅਰਦਾਸ ਹੋਈ, ਅਰਦਾਸ ਤੋਂ ਬਾਅਦ ਸਮਾਪਤੀ ਵੇਲੇ ਜਿਹੜਾ ਸੀ ਉਹ ਸੰਗਤ ਦੀ ਗਿਣਤੀ ਜਿਹੜੀ ਉਹ ਕਿੰਨੀ ਸੀਗੀ, ਉਲਟਾ ਵਧੀ ਤੇ ਪਬਲਿਕ ਜਿਹੜੀ ਆਈ ਹੋਈ ਸੀਗੀ ਉਹ ਉੱਠੀ ਨਹੀਂ, ਉਹਦੇ ਵਿੱਚ ਹੋਰ ਲੋਕਾਂ ਦਾ ਇਜ਼ਾਫਾ ਹੋਇਆ। ਇਹ ਆਪਣੇ ਆਪ ਦੇ ਵਿੱਚ ਸਾਬਤ ਕਰਦਾ ਕਿ ਜਿਹੜੇ ਲੋਕ ਇੱਥੇ ਆਏ ਸੀ ਉਹਨਾਂ ਦੇ ਮਨ ਦੇ ਵਿੱਚ ਇੱਛਾ ਸ਼ਕਤੀ ਕਿੱਡੀ ਮਜ਼ਬੂਤ ਸੀਗੀ ਕਿ ਅਸੀਂ ਆਪਣੇ ਆਪ ਬਾਰੇ ਜਾਣਨਾ, ਅਸੀਂ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖਣਾ ਤੇ ਤੰਦਰੁਸਤੀ ਦੇ ਰਸਤੇ ਵਿੱਚ ਕਿਹੜੀਆਂ ਚੀਜ਼ਾਂ ਰੁਕਾਵਟਾਂ ਬਣ ਰਹੀਆਂ ਨੇ ਉਸ ਨੂੰ ਅਸੀਂ ਇੱਥੇ ਸਮਝ ਕੇ ਜਾਣਾ, ਤਾਂ ਕਿ ਜਦੋਂ ਘਰ ਪਹੁੰਚੀਏ ਤਾਂ ਫਿਰ ਇੱਕ ਮਿਸ਼ਨ ਲੈ ਕੇ ਚੱਲੀਏ ਕਿ ਨਾ ਆਪ ਬਿਮਾਰ ਹੋਣਾ ਤੇ ਨਾ ਕਿਸੇ ਨੂੰ ਹੋਣ ਦੇਣਾ। ਡਾਕਟਰ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਇਸ ਸੈਮੀਨਾਰ ਦੇ ਬਾਰੇ? ਜਦੋਂ ਅੰਦਰ ਵੜੇ ਸੀ, ਜਦੋਂ ਨਿਕਲੇ ਹੁਣ, ਕੀ ਕਹਿਣਾ ਚਾਹੋਗੇ? ਨਹੀਂ, ਐਕਚੁਅਲ 'ਚ ਬਹੁਤ ਅੱਛਾ ਲੱਗਿਆ ਕਿ ਜਿਹੜੀ ਚੀਜ਼ ਨੂੰ ਅਸੀਂ ਐਕਸਪੈਕਟ ਕਰ ਰਹੇ ਸੀ ਉਹਦੇ ਨਾਲੋਂ ਜ਼ਿਆਦਾ ਸੰਗਤ ਨੇ ਰਿਸਪੌਂਸ ਕੀਤਾ। ਔਰ ਕਿਉਂਕਿ ਉਹ ਬੱਚੇ ਆ, ਕੁਝ ਅੱਛਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਔਰ ਜੇ ਸੰਗਤ ਦਾ ਸਪੋਰਟ ਸਾਰਾ ਮਿਲਦਾ ਹੈ ਤਾਂ ਹੋਰ ਇੱਕ ਭਾਵਨਾ ਵੱਧਦੀ ਹੈ, ਹੋਰ ਜੋਸ਼ ਜਨੂਨ 'ਚ ਕਰਨ ਨੂੰ ਮਨ ਕਰਦਾ। ਔਰ ਸਾਰਿਆਂ ਨੇ ਬੜਾ ਉਸ ਚੀਜ਼ ਨੂੰ ਇੰਜੋਏ ਕੀਤਾ। ਜਿਹੜੀ ਚੀਜ਼ ਅਸੀਂ ਡਿਲੀਵਰ ਕਰਨਾ ਚਾਹੁੰਦੇ ਸੀ ਸਭ ਨੇ ਐਕਸੈਪਟ ਕੀਤੀ, ਨੋਟ ਡਾਊਨ ਕੀਤਾ। ਡਾਇਰੀ ਪੈਨ ਸਾਰੇ ਕੈਰੀ ਕਰਕੇ ਲੈ ਕੇ ਆਏ ਸੀ, ਸਭ ਨੇ ਇੱਕ ਚੀਜ਼ ਨੋਟ ਕੀਤੀ। ਇਹ ਆਈ ਥਿੰਕ ਇੱਕ ਜਿਹੜਾ 100 ਸਾਲ ਦਾ ਸੁਪਨੇ ਦੀ ਗੱਲ ਅਸੀਂ ਕਰਦੇ ਹਾਂ, ਅਗਲੀਆਂ ਪੀੜ੍ਹੀਆਂ ਨੂੰ ਲੈ ਕੇ ਜਾਣ ਵਾਲੀ, ਉਹਦਾ ਇੱਕ ਸਟੈਪ ਸੀ ਇਹ। ਤੇ ਤੁਹਾਨੂੰ ਬਹੁਤ ਉੱਚੀ ਬੋਲਣਾ ਪਿਆ ਅੱਜ। ਮੈਂ ਜਿਹੜੇ ਡਾਕਟਰ ਵਰਿੰਦਰ ਸਿੰਘ ਭੁੱਲਰ ਨੂੰ ਮੈਂ ਜਾਣਦਾ ਸੀ, ਉਹ ਬੜਾ ਸ਼ਾਂਤ, ਬੜੇ ਆਰਾਮ ਨਾਲ ਗੱਲ ਕਰਨ ਵਾਲਾ ਸੀ। ਅੱਜ ਤਾਂ ਬਹੁਤ ਉੱਚੀ ਬੋਲ ਕੇ ਤੁਸੀਂ ਸਾਰਾ ਤੱਕ ਐਂ ਲੱਗ ਰਿਹਾ ਸੀ ਮਾਈਕ ਦੀ ਲੋੜ ਹੀ ਨਹੀਂ, ਤੁਸੀਂ ਬੜੀ ਉੱਚੀ ਆਵਾਜ਼ 'ਚ, ਲੱਗਿਆ ਨਹੀਂ ਵੀ ਸਰੀਰ ਦੇ ਵਿੱਚ ਮੇਰਾ ਵੀ ਉਹ ਇਦੋਂ ਤਾਂ ਘੱਟ ਆਵਾਜ਼ ਦੇ ਵਿੱਚ ਜਿਹੜੇ ਨੇਤਾ ਭਾਸ਼ਣ ਦਿੰਦੇ ਨੇ, ਤੁਸੀਂ ਤਾਂ ਉੱਚੀ ਜ਼ਿਆਦਾ ਬੋਲ ਪਏ। ਕੀ ਕਾਰਨ ਰਿਹਾ? ਨਹੀਂ, ਕਾਰਨ ਇਸ ਤਰ੍ਹਾਂ ਹੁੰਦਾ ਕਿ ਜਦੋਂ ਡਿਊਟੀ ਪਰਮਿਸ਼ਨ ਨੇ ਲਾਈ ਹੋਏ ਨਾ ਫਿਰ ਉਹ ਕੰਮ ਵੀ ਲੈ ਲੈਂਦਾ। ਠੀਕ ਹੈ, ਜੇ ਉਹ ਗੂੰਗੇ ਤੋਂ ਗੀਤਾ ਬੁਲਾ ਸਕਦਾ ਨਾ, ਤਾਂ ਇਸ ਸਰੀਰ ਤੇ ਜ਼ਬਾਨ ਚੱਲਦੀ ਹੈ। ਉਹ ਸਾਰੀ ਉਹਦੀ ਕਿਰਪਾ ਹੈ ਔਰ ਸੰਗਤ ਦਾ ਆਸ਼ੀਰਵਾਦ ਹੈ। ਕੋਸ਼ਿਸ਼ ਹੁੰਦੀ ਵੀ ਜਿਹੜਾ ਜੀ ਆਇਆ ਨਾ, ਜਿਹੜੀ ਵੀ ਭਾਵਨਾ ਲੈ ਕੇ ਆਇਆ ਔਰ ਉਹ ਨਿਰਾਸ਼ ਹੋ ਕੇ ਬੈਠਾ ਹੋਇਆ, ਉਹਦੀ ਬੁਝੀ ਹੋਈ ਦੀਵੇ ਦੀ ਬੱਤੀ ਨੂੰ ਲੋ ਲੱਗ ਜਾਏ। ਮੈਂ ਮੇਰੇ ਬੜੇ ਸਤਿਕਾਰਯੋਗ
ਜਿਹੜੇ ਬੇਬੇ ਜੀ ਜਿਹੜੇ ਕੰਵਰ ਗਰੇਵਾਲ ਜੀ ਦੇ ਉਹ ਵੀ ਆਏ ਹੋਏ ਨੇ ਇੱਥੇ, ਤੇ ਮੈਂ ਉਹਨਾਂ ਦਾ ਸਵਾਗਤ ਕਰਾਂਗਾ। ਲੇਕਿਨ ਅੱਜ ਅਲਟੀਮੇਟਲੀ ਤੁਹਾਨੂੰ ਕੈਮਰੇ ਦੇ ਉੱਤੇ ਫੇਸ ਕਰਨਾ ਪਿਆ, ਤੇ ਅੱਜ ਤੁਸੀਂ ਕੁਝ ਹੈਜੀਟੇਸ਼ਨ ਵੀ ਨਹੀਂ ਹੈਗੀ ਤੁਹਾਡੇ ਅੰਦਰ, ਕੀ ਕਹਿਣਾ ਚਾਹੋਗੇ? ਕਿਉਂਕਿ ਮੈਨੂੰ ਅੱਛਾ ਹੀ ਇੰਨਾ ਲੱਗਿਆ ਆ ਕੇ, ਇੰਨਾ ਕੁਝ ਸੁਣਨ ਨੂੰ ਮਿਲਿਆ, ਬਹੁਤ ਹੀ ਅੱਛਾ। ਔਰ ਜੇ ਅਸੀਂ ਇਹਨੂੰ ਸਾਰੇ ਨੂੰ ਅਪਲਾਈ ਕਰ ਲੈਣੇ ਤਾਂ ਮੈਨੂੰ ਲੱਗਦਾ ਨਹੀਂ ਕਿ ਸਾਨੂੰ ਕਿਸੇ ਹਸਪੀਟਲ ਜਾਣਾ ਪਏਗਾ। ਤੇ ਤੁਸੀਂ ਦੱਸ ਰਹੇ ਸੀ ਪਿੱਛੇ ਜੇ ਕਿ ਸਰੀਰ ਕਿਤੇ ਨਾ ਕਿਤੇ ਖਰਾਬੀ ਆ ਗਈ ਸੀ, ਤੇ ਅੱਜ ਉਹ ਸਮਝ ਆਇਆ ਵੀ ਕਿੱਥੇ ਆਪਣੇ ਸਰੀਰ ਦੇ ਵਿੱਚ ਕੀ ਕਰਿਆ ਸੀ ਆਪਾਂ ਨੇ ਨਾਲ ਕਿ ਖਰਾਬੀ ਹੋ ਗਈ? ਬਹੁਤ ਕੁਝ ਕਰਿਆ ਹੋਣਾ ਤਾਂ ਹੀ ਇੰਨੀ ਖਰਾਬੀ ਆਈ, ਬਹੁਤ ਕੁਝ ਏਦਾਂ ਮਿਸ ਹੋਇਆ ਹੋਣਾ ਸਾਤੋਂ ਤਾਂ ਹੀ। ਇੱਥੇ ਜਦੋਂ ਪਹੁੰਚੇ ਤੇ ਉਦੋਂ ਕੀ ਸੋਚ ਸੀ, ਤੇ ਜਦੋਂ ਹੁਣ ਅੰਦਰੋਂ ਬਾਹਰ ਨਿਕਲ ਰਹੇ ਹੋ ਤੇ ਕੀ ਗਿਆਨ ਹਾਸਲ ਹੋਇਆ? ਮੈਂ ਜਦੋਂ ਇਹਨਾਂ ਦਾ ਸੁਣਿਆ ਸੀ ਕਿ ਇੱਥੇ ਬਾਰੇ ਪ੍ਰੋਗਰਾਮ ਹੋ ਰਿਹਾ, ਤਾਂ ਇਹਨਾਂ ਦੀ ਵਰਡਿੰਗ ਬਹੁਤ ਅੱਛੀ ਸੀ ਕਿ ਜਦੋਂ ਤੁਸੀਂ ਆਓਗੇ ਤਾਂ ਤੁਸੀਂ ਰੋਗੀ ਹੋਵੋਗੇ, ਲੇਕਿਨ ਜਦੋਂ ਤੁਸੀਂ ਹਾਲ ਚੋਂ ਬਾਹਰ ਆਓਗੇ ਤਾਂ ਤੁਸੀਂ ਸਾਰੇ ਨਿਰੋਗੀ ਹੋ ਜਾਓਗੇ। ਉਹ ਮੇਰੇ ਅੰਦਰ ਬਿਲਕੁਲ ਫਿੱਟ ਹੋ ਗਿਆ ਸੀ ਕਿ 100% ਟਰੂ ਆ, ਕਿਉਂਕਿ ਇਹਨਾਂ ਦੀ ਕਰਨੀ ਔਰ ਕਹਿਣੀ ਬਿਲਕੁਲ ਸੇਮ ਹੈ, ਜਿਹੜਾ ਕਿ ਮੈਨੂੰ ਬਹੁਤ ਜ਼ਿਆਦਾ ਫਖਰ ਮਹਿਸੂਸ ਹੋ ਰਿਹਾ ਇਸ ਡਾਕਟਰ ਸਾਹਿਬ ਤੇ, ਕਿ ਕਈਆਂ ਦੀ ਕਹਿਣੀ ਕੁਝ ਹੋਰ ਹੁੰਦੀ ਹੈ ਤੇ ਕਰਨੀ ਕੁਝ ਹੋਰ ਹੁੰਦੀ ਹੈ, ਪਰ ਉਹਨਾਂ ਦੇ ਵਰਡ ਜਿਹੜੇ ਹੁੰਦੇ ਜਿਨ੍ਹਾਂ ਦੀ ਕਰਨੀ ਔਰ ਕਹਿਣੀ ਇੱਕੋ ਜਿਹੀ ਹੋਵੇ, ਉਹ ਦੂਸਰੇ ਨੂੰ ਬਹੁਤ ਪ੍ਰਭਾਵਿਤ ਕਰਦੇ ਆ। ਤੇ ਮੈਂ ਕਹਾਂਗੀ ਕਿ ਡਾਕਟਰ ਸਾਹਿਬ ਉਹਨਾਂ ਚੋਂ ਇੱਕ ਨੇ। ਕੀ ਬਾਤ ਹੈ। ਜੇ ਇਹ ਮੈਂ ਦਰਸ਼ਕਾਂ ਦੀ ਜਾਣਕਾਰੀ ਦੱਸਦਾ ਕਿ ਇਹ ਪ੍ਰਸਿੱਧ ਗਾਇਕ ਕੰਵਰ ਗਰੇਵਾਲ ਜੀ ਦੇ ਮਾਤਾ ਜੀ ਨੇ, ਤੇ ਜਿਹੜੇ ਇਹ ਡਾਕਟਰ ਸਾਹਿਬ ਦੇ ਕੋਲ ਮੈਂ ਪਹਿਲਾਂ ਵੀ ਇੱਕ ਵਾਰੀ ਜ਼ਿਕਰ ਕੀਤਾ ਸੀਗਾ ਕਿ ਕੰਵਰ ਸਾਹਿਬ ਨੇ ਵੀ ਜ਼ਿਕਰ ਕੀਤਾ ਸੀ ਕਿ ਮੈਂ ਬੇਬੇ ਜੀ ਉਹਨਾਂ ਦੇ ਜਿਹੜੀ ਬੜੀ ਡਾਂਟ ਖਾਈ ਹੈ। ਇਹ ਉਹ ਬੇਬੇ ਜੀ ਨੇ ਜਿਨ੍ਹਾਂ ਨੇ ਕੰਵਰ ਗਰੇਵਾਲ ਉਹਨਾਂ ਨੂੰ ਵੀ ਬਹੁਤ ਡਾਂਟਿਆ, ਤੇ ਉਹਨਾਂ ਨੂੰ ਮੈਂ ਚਾਹੂੰਗੀ ਕਿ ਮੈਂ ਡਾਕਟਰ ਸਾਹਿਬ ਦੀ ਵੀ ਮਾਂ ਹੈ। ਅਰੇ ਕੀ ਬਾਤ ਹੈ, ਕੀ ਬਾਤ ਹੈ। ਜੇ ਇਦਾਂ ਦੀ ਮਾਂ ਮਿਲੇ ਤਾਂ ਵਡਭਾਗੀ ਹੁੰਦੇ ਨੇ ਸਾਰੇ, ਤੇ ਕਿਉਂਕਿ ਜੇ ਤੁਹਾਡੇ ਜਿਹੜੇ ਬੇਟੇ ਵਰਗਾ ਜਿਹੜਾ ਉਹ ਸਾਰੇ ਦੇ ਬੇਟੇ ਹੋ ਜਾਣ, ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਉਹ ਸਮਾਜ ਜਿਹੜਾ ਉਹ ਕਿਸੇ ਗਲਤ ਪਾਸੇ ਜਾ ਸਕਦਾ, ਕਿਉਂਕਿ ਜੋ ਕੰਮ ਕੰਵਰ ਗਰੇਵਾਲ ਜੀ ਕਰ ਰਹੇ ਨੇ ਉਹ ਸਾਰਿਆਂ ਦੇ ਜਿਹੜੀ ਹਿੱਸੇ ਨਹੀਂ ਆਉਂਦੀ, ਉਹ ਜ਼ਿੰਮੇਵਾਰੀ ਸਾਰਿਆਂ ਦੇ ਹਿੱਸੇ ਪ੍ਰਮਾਤਮਾ ਨਹੀਂ ਉਹ ਹੁਕਮ ਲਾਉਂਦਾ ਹੈਗਾ। ਜਿਸ ਤਰ੍ਹਾਂ ਦੀ ਜ਼ਿੰਮੇਵਾਰੀ ਉਹ ਨਿਭਾ ਰਹੇ ਨੇ ਸਮਾਜ ਵਾਸਤੇ, ਪੈਸੇ ਪਿੱਛੇ ਭੱਜ ਰਹੇ ਨੇ, ਹਰੇਕ ਕਲਾਕਾਰ ਪੈਸੇ ਪਿੱਛੇ ਭੱਜ ਰਿਹਾ, ਹਰੇਕ ਕਲਾਕਾਰ ਲੱਚਰਤਾ ਵਾਲੇ ਪਾਸੇ ਭੱਜ ਰਿਹਾ, ਲੇਕਿਨ ਇੱਕ ਨਿਰੋਲ ਗਾਇਕੀ, ਇੱਕ ਕਿਸਾਨਾਂ ਦੇ ਨਾਲ ਜੁੜ ਕੇ ਪਬਲਿਕ ਦੇ ਹਿੱਤਾਂ ਦੀ ਗੱਲ ਕਰਨਾ, ਇੱਕ ਉਹਨਾਂ ਦੇ ਹਿੱਸੇ ਆਇਆ, ਪਰਮਾਤਮਾ ਨੇ ਉਹਨਾਂ ਨੂੰ ਹੁਕਮ ਲਾਇਆ। ਜੇ ਤੁਸੀਂ ਬੇਟਾ ਬਣਾ ਰਹੇ ਹੋ ਤਾਂ ਮੈਨੂੰ ਲੱਗਦਾ ਕਿ ਆਸ਼ੀਰਵਾਦ ਇੱਧਰ ਵੀ ਆਏਗਾ। ਪੱਕਾ ਆਏਗਾ ਨਹੀਂ, ਉਹ ਤਾਂ ਮੈਂ ਇਹਨਾਂ ਦੇ ਮਿਲਣ ਤੋਂ ਪਹਿਲਾਂ ਆ ਗਿਆ ਸੀ। ਹਾਂ, ਕਿਉਂਕਿ ਜਿਹੜੀ ਉਸ ਦਿਨ ਲੁਧਿਆਣੇ ਵਿੱਚ ਵੀ ਮੈਂ ਜਦੋਂ ਆਈ ਸੀ ਤਾਂ ਮੈਨੂੰ ਇਹਨਾਂ ਦੀ ਇੱਕ ਗੱਲ ਉਸ ਦਿਨ ਵੀ ਬਹੁਤ ਅੱਛੀ ਲੱਗੀ, ਜੋ ਅਕਸਰ ਮੈਨੂੰ ਦੇਖਣ 'ਚ ਨਹੀਂ ਮਿਲਦੀ। ਜਦੋਂ ਵੀ ਕੋਈ ਇਨਸਾਨ ਫੇਮ ਹੋ ਜਾਂਦਾ, ਉਹ ਆਪਣੀ ਫੈਮਿਲੀ ਨੂੰ ਥੋੜਾ ਪਿੱਛੇ ਛੱਡ ਦਿੰਦਾ, ਪਰ ਜਦੋਂ ਗਰੁੱਪ ਫੋਟੋ ਹੋਣ ਲੱਗੀ ਤਾਂ ਡਾਕਟਰ ਸਾਹਿਬ ਨੇ ਪਹਿਲਾਂ ਆਵਾਜ਼ ਮਾਰੀ ਕਿ ਸਿਮਰਨ ਤੁਸੀਂ ਵੀ ਆਓ। ਉਹ ਵਰਡ ਮੇਰੇ ਲਈ ਇੰਨੇ ਕੁ ਅੱਛੇ ਸੀ ਤਾਂ ਮੇਰੇ ਦਿਲ 'ਚ ਇਹਨਾਂ ਲਈ ਦੁਆ ਨਿਕਲੀ ਕਿ ਥੈਂਕ ਗੋਡ। ਵਾਈਫ ਹਮੇਸ਼ਾ ਇਹ ਚਾਹੁੰਦੀ ਹੁੰਦੀ ਹੈ ਕਿ ਜੇ ਮੇਰਾ ਪਤੀ ਇੰਨਾ ਮਹਾਨ ਹੈ ਤਾਂ ਉਹਦੀ ਵੀ ਇੱਕ ਜਗ੍ਹਾ ਹੁੰਦੀ ਹੈ ਜੋ ਇਹਨਾਂ ਨੇ ਬਰਕਰਾਰ ਰੱਖੀ ਹੋਈ ਹੈ। ਮੈਂ ਵੀ ਇਹਨਾਂ ਨੂੰ ਵਧਾਈ ਦੇ ਪਾਤਰ ਕਹਾਂਗੀ। ਕੀ ਬਾਤ ਹੈ। ਤੇ ਹੁਣ ਹੋਰ ਕਹਿਣੀ ਚਾਹੂੰਗੀ ਕਿ ਤੁਸੀਂ ਕਿਹਾ ਰਾਜੀਵ ਦੀਕਸ਼ਿਤ ਵਰਗੇ ਇਨਸਾਨ, ਤਾਂ ਮੈਂ ਕਹੂੰ ਗਏ ਨਹੀਂ, ਆਪਣੇ 'ਚ ਰਾਜੀਵ ਦੀਕਸ਼ਿਤ ਵਰਗੇ ਇਨਸਾਨ ਡਾਕਟਰ ਭੁੱਲਰ ਹੈਗੇ ਆ। ਬਹੁਤ ਵਧੀਆ, ਬਹੁਤ ਵਧੀਆ। ਮੈਂ ਵੀ ਆਪਣੇ ਆਪ ਨੂੰ ਵਡਭਾਗੀ ਸਮਝਦਾ ਕਿ ਤੁਹਾਡੇ ਵਰਗੀਆਂ ਸ਼ਖਸੀਅਤਾਂ ਦੇ ਨਾਲ ਮੈਨੂੰ ਖੜਨ ਦਾ ਮੌਕਾ ਮਿਲ ਰਿਹਾ। ਪਰ ਨਾਲ ਥੋੜਾ ਜਿਹਾ ਦੱਸ ਦਵਾਂਗੇ ਕਿ ਦਵਾਈ ਤੁਸੀਂ ਕਿੱਦਾਂ, ਕਿਹੜੇ ਰੂਪ ਚ ਨੇ, ਚੈਨਲ ਦਾ ਕਿਹੜੇ ਚੈਨਲ ਤੇ ਦੇਖਾ, ਥੋੜਾ ਜਿਹਾ ਇਹ ਵੀ ਦਰਸ਼ਕਾਂ ਨੂੰ ਦੱਸ ਦਿਓ। ਇਸੇ ਚੈਨਲ ਤੇ ਜਿਸ ਦਾ ਤੁਸੀਂ ਮਾਲਕ ਹੋ। ਅਰੇ ਕੀ ਬਾਤ ਹੈ। ਨਿਊਜ਼ ਏਸ਼ੀਆ ਪੰਜਾਬੀ ਤੇ ਇੱਕ ਮਾਣ ਵਾਲੀ ਗੱਲ ਹੈ ਕਿ ਨਿਊਜ਼ ਏਸ਼ੀਆ ਪੰਜਾਬੀ ਤੇ ਕੰਵਰ ਗਰੇਵਾਲ ਦੇ ਮਾਤਾ ਜੀ ਨੇ ਆਪਣੇ ਸਾਨੂੰ ਪਹਿਲੀ ਵਾਰ ਮੈਨੂੰ ਤੇ ਡਾਕਟਰ ਸਾਹਿਬ ਨੂੰ ਦੇਖਿਆ, ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਜੋ ਜਾਣਕਾਰੀ ਇੱਥੇ ਦਿੱਤੀ ਜਾ ਰਹੀ ਹੈ ਉਹ ਕਿਤੇ ਨਾ ਕਿਤੇ ਜਿਹੜੀ ਆ ਉਹ ਮੈਨੂੰ ਉਸ ਚੀਜ਼ ਦਾ ਫਾਇਦਾ ਹੋ ਸਕਦਾ ਹੈ। ਉਸ ਤੋਂ ਬਾਅਦ ਇਹ ਡਾਕਟਰ ਬਲਵਿੰਦਰ ਸਿੰਘ ਭੁੱਲਰ ਹੋਣਾ ਦੇ ਨਾਲ ਜੁੜੇ, ਤੇ ਅੱਜ ਇਹ ਉਹਨਾਂ ਤੋਂ ਦਵਾਈ ਲੈ ਰਹੇ ਨੇ। ਕੰਵਰ ਗਰੇਵਾਲ ਜੀ ਵੀ ਦਵਾਈ ਲੈ ਰਹੇ ਨੇ, ਤੇ ਮੇਰੇ ਨਾਲ ਉਹਨਾਂ ਨੇ ਮੁਲਾਕਾਤ ਦੇ ਵਿੱਚ ਵੀ ਦੱਸਿਆ ਸੀਗਾ ਕਿ ਬਹੁਤ ਜਲਦੀ ਜਿਹੜਾ ਉਹ ਤੁਹਾਡੇ ਸਾਹਮਣੇ ਮੈਂ ਨਿਰੋਇਆ, ਜਿੱਥੇ ਮੈਨੂੰ ਖਰਾਬੀ ਆ ਰਹੀ ਹੈ ਉੱਥੇ ਮੈਨੂੰ ਫਰਕ ਲੱਗਾ, ਕਿਉਂਕਿ ਅੰਦਰ ਇੱਕ ਆਵਾਜ਼ ਆ ਗਈ ਕਿ ਮੈਨੂੰ ਇੱਥੋਂ ਆਰਾਮ ਆ ਜਾਏਗਾ। ਤੁਹਾਨੂੰ ਵੀ ਆਵਾਜ਼ ਆਈ? ਬਿਲਕੁਲ ਆਵਾਜ਼ ਇਹ ਨਹੀਂ ਕਿ ਮੇਰੀ ਆਈ ਹੈ, ਮੈਨੂੰ ਲੱਗਦਾ ਮੈਂ ਘੱਟੋ ਘੱਟ 15 ਪੇਸ਼ੈਂਟ ਅੱਜ ਵੀ 11 ਜਾਣੇ ਨੂੰ ਮੈਂ ਇੱਥੇ ਲੈ ਕੇ ਆਈ ਹਾਂ ਕਿ ਤੁਸੀਂ ਇੱਕ ਵਾਰ ਚੱਲੋ, ਔਰ ਵਾਅਦਾ ਤੇ ਕਿ ਤੁਸੀਂ ਇਹ ਨਹੀਂ ਕਹੋਗੇ ਕਿ ਸਾਨੂੰ ਮਜ਼ਾ ਨਹੀਂ ਆਇਆ, ਤੁਸੀਂ ਇੱਕ ਵਾਰ ਮੇਰੇ ਨਾਲ ਜ਼ਰੂਰ ਚੱਲੋ। ਤੇ ਜਿੰਨੇ ਕੁ ਪੇਸ਼ੈਂਟ ਵੀ ਮੇਰੇ ਆਸ-ਪਾਸ ਸੀਗੇ ਮੈਂ ਉਹਨਾਂ ਨੂੰ ਵੀ ਉੱਥੇ ਲੈ ਕੇ ਪਹੁੰਚੀ ਔਰ ਸਾਰਿਆਂ ਦੇ ਰਿਜ਼ਲਟ ਬਹੁਤ ਅੱਛੇ ਆ ਰਹੇ ਨੇ। ਅੱਛਾ, ਮੈਨੂੰ ਇੱਕ ਗੱਲ ਦੱਸੋ, ਕਦੇ ਇੱਕ ਅੰਦਰ ਬੈਠੇ ਸੀ ਇੱਕ ਵਾਰ ਕਿਤੇ ਲੱਗਿਆ ਯਾਰ ਲੇਟ ਹੋ ਗਈ, ਮੈਨੂੰ ਤਾਂ ਹੁਣ ਜਾਣਾ ਚਾਹੀਦਾ, ਅੰਦਰ ਬੈਠੇ ਕਿਤੇ ਇੱਕ ਵਾਰ? ਨਹੀਂ, ਮੈਨੂੰ ਜਦੋਂ ਮੇਰਾ ਮਨ ਜਿੱਥੇ ਲੱਗ ਜੇ ਮੈਨੂੰ ਉੱਥੇ ਕੋਈ ਸਮੇਂ ਦੀ ਉਹ ਹੀ ਨਹੀਂ ਹੁੰਦੀ। ਇਹ ਮੈਂ ਛੋਟੇ ਹੁੰਦੇ ਘਰ ਚੋਂ ਵੀ ਗਾਲਾਂ ਝਿੜਕਾਂ ਮਾਰਦੀਆਂ ਖਾਂਦੀ ਹੁੰਦੀ ਸੀ ਵੀ ਵਾਪਸ ਵੀ ਆਈਦਾ, ਮੈਨੂੰ ਵਾਪਸ ਜਾਣ ਦੀ ਕੋਈ ਕਾਹਲੀ ਹੀ ਨਹੀਂ ਹੁੰਦੀ, ਕਿਉਂਕਿ ਮੈਨੂੰ ਨਹੀਂ ਲੱਗਦਾ ਹੁੰਦਾ ਮੈਂ ਜਿੱਥੇ ਹੁੰਨੀ ਆ ਬਸ ਮੈਂ ਉੱਥੇ ਹੁੰਨੀ। ਮੈਨੂੰ ਹੁਣ ਵੀ ਚਾਹੇ 2 ਘੰਟੇ ਨਾ ਬੰਦ ਹੁੰਦਾ, ਮੈਨੂੰ ਕੋਈ ਪ੍ਰੋਬਲਮ ਨਹੀਂ ਸੀ। ਕੀ ਬਾਤ ਹੈ। ਤੇ ਜਾਂਦੇ ਦਰਸ਼ਕਾਂ ਨੂੰ ਕੁਝ ਸੁਨੇਹਾ ਦੇਣਾ ਚਾਹੋਗੇ?
ਮੈਂ ਇਹ ਕਹੂੰਗੀ ਕਿ ਇੰਨੇ ਅੱਛੇ ਡਾਕਟਰ ਜੇ ਆਪਣੀ ਲਾਈਫ ਵਿੱਚ ਆਏ ਨੇ ਤਾਂ ਆਪਾਂ ਨੂੰ ਇਹਨਾਂ ਤੋਂ ਬਹੁਤ ਫਾਇਦਾ ਲੈ ਲੈਣਾ ਚਾਹੀਦਾ ਹੈ। ਤੇ ਇਹ ਨਹੀਂ ਕਿ ਕਹਿੰਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ, ਐਸਾ ਕੁਝ ਨਹੀਂ ਹੈ। ਔਰ ਜਿੰਨੇ ਵੀ ਇੱਥੇ ਸੰਗਤ ਖੜੀ ਹੈ, ਮੈਂ ਸਾਰਿਆਂ ਨੂੰ ਕਹੂੰਗੀ ਕਿ ਤੁਸੀਂ ਇੱਕ ਵਾਰ ਇਹਨਾਂ ਨਾਲ ਆ ਕੇ ਮਿਲ ਕੇ ਦੇਖੋ, ਤੁਹਾਨੂੰ ਖੁਦ ਨੂੰ ਬਹੁਤ ਅੱਛਾ ਲੱਗੇਗਾ। ਅੱਛਾ, ਤੁਹਾਨੂੰ ਕੋਈ ਫਾਇਦਾ ਨਜ਼ਰ ਆ ਰਿਹਾ ਜਦੋਂ ਤੁਸੀਂ ਵੀ ਦਵਾਈ ਲੈ ਮੈਂ ਤਾਂ ਮਿਲ ਕੇ ਬਹੁਤ ਖੁਸ਼ ਹੋ ਗਈ ਸੀ। ਪਲਾਸੀਬੋ ਇਫੈਕਟ? ਪਲਾਸੀਬੋ ਇਫੈਕਟ। ਤੇ ਉਹ ਇੱਕ ਐਸੀ ਵੀਡੀਓ ਬਣਾਈ ਸੀ, ਇਹਦੇ ਚ ਪਲਾਸੀਬੋ ਤੇ ਨੋਸੀਬੋ, ਯਾਨੀ ਕਿ ਇੱਕ ਦਿਮਾਗ ਦੇ ਵਿੱਚ ਜਿਹੜੀ ਚੀਜ਼ ਬੈਠ ਜਾਂਦੀ, ਮੈਂ ਇੱਥੋਂ ਠੀਕ ਹੋ ਜਾਵਾਂਗੀ, ਤੇ ਉਹ ਇਫੈਕਟ ਤੁਹਾਡੇ 'ਚ ਵੀ ਆਇਆ? ਤੇ ਸਭ ਨੇ ਜਿਸ ਦਿਨ ਮੇਰੇ ਫੇਸ ਤੇ ਥੋੜਾ ਨਿਸ਼ਾਨ ਸੀ ਤੇ ਡਾਕਟਰ ਨੇ ਮੈਨੂੰ ਕਹਿ ਦਿੱਤਾ ਕਿ ਇਹ ਤੁਹਾਨੂੰ ਰਿਮੂਵ ਕਰਾਉਣਾ ਪਏਗਾ ਕਿ ਕੈਂਸਰ ਦੇ ਸਿੰਪਟਮ ਲੱਗਦੇ ਆ। ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਇਹਨੂੰ ਇੱਥੇ ਜਾਣ ਦਿਓ। ਅੱਜ ਵੀ ਉਹ ਲੜਕੀਆਂ ਮੇਰੇ ਨਾਲ ਆਈਆਂ, ਕਹਿੰਦੇ ਮਾਂ ਅਸੀਂ ਉੱਥੇ ਨਹੀਂ ਜਾਣ ਦੇਣਾ, ਉਹ ਡਾਕਟਰ ਸਾਹਿਬ ਨੇ ਕਹਿ ਦੇਣਾ ਤੁਸੀਂ ਰਿਮੂਵ ਨਹੀਂ ਕਰਨਾ ਤੇ ਤੁਸੀਂ ਕਰਾਉਣਾ ਨਹੀਂ। ਉਹ ਧੱਕੇ ਨਾਲ ਕਿ ਨਹੀਂ ਇਹਨਾਂ ਨੂੰ ਮੋਗੇ ਨਹੀਂ ਜਾਣ ਦੇਣਾ, ਤਾਂ ਮੈਂ ਕਿਹਾ ਚਲੋ ਠੀਕ ਹੈ, ਓਕੇ ਮੈਂ ਕਰਾ ਲੈਂਦੀ ਹਾਂ। ਪਰ ਜਦੋਂ ਉਹਨਾਂ ਦੇ ਬਾਅਦ 'ਚ ਮੈਂ ਟੈਸਟ ਲਈ ਗਈ, ਉਹ ਕਹਿੰਦੇ ਤੁਹਾਨੂੰ ਨਾ ਇੱਕ ਵਾਰ ਦੁਬਾਰਾ ਇਹਨੂੰ ਕਲੀਨ ਕਰਾਉਣਾ ਪਏਗਾ, ਵਿੱਚ ਹੈਗਾ। ਮੈਂ ਕਿਹਾ ਹੁਣ ਜੋ ਮਰਜ਼ੀ ਹੋਵੇ, ਮੈਨੂੰ ਉਹ ਕਹਿ ਦੇਣਗੇ ਤਾਂ ਮੈਂ ਕਰਵਾ ਲਾਂਗੀ, ਅਦਰਵਾਈਜ਼ ਉਹ ਕਹਿਣਗੇ ਨਹੀਂ ਕਰਵਾਉਣਾ ਤਾਂ ਮੈਂ ਨਹੀਂ ਕਰਾਉਣਾ, ਚਾਹੇ ਕੁਝ ਵੀ ਹੋ ਜਾਵੇ, ਮੈਂ ਨਹੀਂ ਕਰਾਉਂਗੀ। ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਸਮਾਂ ਦਿੱਤਾ, ਕਿਉਂਕਿ ਤੁਹਾਡਾ ਸਮਾਂ ਬਹੁਤ ਕੀਮਤੀ ਹੈ। ਮੈਨੂੰ ਤੁਸੀਂ ਸਮਾਂ ਦਿੱਤਾ, ਨਿਊਜ਼ ਏਸ਼ੀਆ ਪੰਜਾਬੀ ਦੇ ਦਰਸ਼ਕਾਂ ਦੇ ਨਾਲ ਆਪਣਾ ਅੰਦਰ ਜੋ ਤੁਸੀਂ ਹਾਸਲ ਕੀਤਾ ਉਹਦਾ ਤਜਰਬਾ ਸਾਂਝਾ ਕੀਤਾ। ਤੁਹਾਡਾ ਬਹੁਤ ਬਹੁਤ ਸਮਾਂ ਆਸ਼ੀਰਵਾਦ ਚਾਹੁੰਦੇ ਹਾਂ ਅਸੀਂ ਵੀ ਕਿ ਇਸੇ ਤਰ੍ਹਾਂ ਬਣਿਆ ਰਹੇ। ਮੈਂ ਵੀ ਤੁਹਾਡਾ ਦਿਲੋਂ ਸ਼ੁਕਰਗੁਜ਼ਾਰ ਹਾਂ ਤੇ ਡਾਕਟਰ ਸਾਹਿਬ ਦੀ ਬਹੁਤ ਹੀ ਜ਼ਿਆਦਾ ਮਤਲਬ ਪਿਆਰ ਹੈ ਮੇਰੇ ਦਿਲ 'ਚ। ਔਰ ਇਹ ਮੈਂ ਜ਼ਰੂਰ ਬਾਰ-ਬਾਰ ਫਿਰ ਕਹੂੰਗੀ ਕਿ ਸਾਰਿਆਂ ਨੂੰ ਇਹਨਾਂ ਤੋਂ ਫਾਇਦਾ ਲੈ ਲੈਣਾ ਚਾਹੀਦਾ। ਨਿਊਜ਼ ਏਸ਼ੀਆ ਪੰਜਾਬੀ ਨੂੰ ਜ਼ਰੂਰ ਦੇਖਣਾ ਚਾਹੀਦਾ। ਹਾਂ, ਨਿਊਜ਼ ਏਸ਼ੀਆ ਪੰਜਾਬੀ ਨੂੰ ਜ਼ਰੂਰ ਦੇਖਣਾ ਚਾਹੀਦਾ, ਜਿੱਥੇ ਇੰਨੇ ਅੱਛੇ ਡਾਕਟਰ ਹੈ। ਬਹੁਤ ਧੰਨਵਾਦ ਜੀ। ਔਰ ਮੈਂ ਇਸ ਗੱਲ ਦਾ ਫਖਰ ਮਹਿਸੂਸ ਕਰਦੀ ਹਾਂ ਕਿ ਮੈਂ ਇੱਕ ਐਸੀ ਅੱਛੀ ਕਿਸਮਤ ਵਾਲੀ ਮਾਂ ਜਿਨ੍ਹਾਂ ਨੂੰ ਇਦਾਂ ਦੇ ਬੱਚੇ ਮਿਲਦੇ ਆ। ਇਹ ਮੇਰੇ ਲਈ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਜਾਂਦੇ ਇੰਨਾ ਆਸ਼ੀਰਵਾਦ ਮਿਲ ਜੇ ਤਾਂ ਵੈਸੇ ਹੀ ਬੰਦਾ ਭੁੱਲ ਜਾਂਦਾ, ਅੰਦਰ ਦੀ ਥਕਾਵਟ ਉਤਰ ਗਈ। ਐਕਚੁਅਲ 'ਚ ਪਰਮੇਸ਼ਰ ਕੁਝ ਵੱਡਾ ਕਰਵਾਉਣਾ ਚਾਹ ਰਿਹਾ, ਤਾਂ ਹੀ ਆਸ਼ੀਰਵਾਦ ਵੱਡੇ ਆ ਰਹੇ ਨੇ। ਮਤਲਬ ਇਹ ਤਾਂ ਕਹਿ ਰਹੇ ਨੇ ਵੀ ਤੁਹਾਨੂੰ ਕਹਿਣਾ ਪਏਗਾ ਵੀ ਮੇਰੀ ਮਾਂ ਹੈ, ਤੇ ਬਣ ਗਈ ਨਹੀਂ, ਬਿਲਕੁਲ। ਐਕਚੁਅਲ 'ਚ ਕੀ ਹੁੰਦਾ ਹੈ ਕਿ ਮੈਂ ਸਟੇਜ ਤੇ ਵੀ ਬੋਲਿਆ ਸੀ ਕਿ ਬੱਚੇ ਆਸ਼ੀਰਵਾਦ ਔਰ ਸ਼ਾਬਾਸ਼ੀ ਦੇ ਭੁੱਖੇ ਹੁੰਦੇ ਨੇ, ਠੀਕ ਹੈ। ਔਰ ਅਗਰ ਮਾਂ ਵੱਲੋਂ ਆਸ਼ੀਰਵਾਦ ਔਰ ਸ਼ਾਬਾਸ਼ੀ ਮਿਲ ਜਾਵੇ ਤਾਂ ਬੱਚੇ ਦੀ ਜਿੰਨੀ ਹੈਸੀਅਤ ਵੀ ਨਹੀਂ ਹੈਗੀ, ਉਹਦੇ ਨਾਲੋਂ ਵੀ ਜ਼ਿਆਦਾ ਕਰਕੇ ਦਿਖਾਉਣ ਦਾ ਦਮ ਰੱਖ ਲੈਂਦਾ ਹੈ। ਸੋ ਇਹ ਆਸ਼ੀਰਵਾਦ ਔਰ ਇਹ ਸ਼ਾਬਾਸ਼ੀ ਅਗਰ ਮਿਲੀ ਹੈ ਤਾਂ ਅੱਗੇ ਤੋਂ ਇਹ ਤੋਂ ਵੀ ਬੈਸਟ ਪਰਫਾਰਮੈਂਸ ਦੇਵਾਂਗੇ, ਤਾਂ ਜੋ ਐਕਸਪੈਕਟ ਕਰ ਰਹੀ ਹੈ ਸੰਗਤ, ਜੋ ਚੀਜ਼ ਸੋਚ ਕੇ ਆ ਰਹੀ ਹੈ, ਅਲਟੀਮੇਟ ਤਾਂ ਅਸੀਂ ਉਸ ਲੈਵਲ ਤੱਕ ਜਾਣਾ ਹੈ ਕਿ ਅਸੀਂ ਪੂਰੇ ਵਿਸ਼ਵ ਨੂੰ ਇਹ ਮੈਸੇਜ ਦੇ ਸਕੀਏ ਕਿ ਸਾਨੂੰ ਹਸਪਤਾਲ ਨਹੀਂ ਚਾਹੀਦੇ। ਅੱਛਾ, ਤੁਸੀਂ ਇਦਾਂ ਦਾ ਆਸ਼ੀਰਵਾਦ ਹਾਸਲ ਕਰਕੇ ਕਿ ਜਿਹੜੀ ਅੰਦਰ ਦੀ ਥਕਾਵਟ ਆ ਉਤਰ ਗਈ ਸਾਰੀ, ਜਿਹੜੀ 4 ਘੰਟੇ ਬੋਲੇ? ਬਿਲਕੁਲ, ਤੁਸੀਂ ਬੋਲੋ ਕਿ 4 ਘੰਟੇ ਹੋਰ ਲਾਉਣੇ, ਮੈਂ ਤਿਆਰ ਹਾਂ। ਮੈਨੂੰ ਲੱਗਦਾ ਕਾਫੀ ਚਿਰ ਤਾਂ ਆਪਾਂ ਨੂੰ ਵੀ ਬੋਲਦੇ ਹੋ ਗਏ, ਮਤਲਬ ਤੰਦਰੁਸਤੀ ਹੈ, ਇਦਾਂ ਦੇ ਆਸ਼ੀਰਵਾਦ ਜੇ ਮੈਨੂੰ ਵੀ ਮਿਲਦਾ ਰਹੇ ਤਾਂ ਮੈਂ ਵੀ ਕਦੇ ਬੋਲਣੋਂ ਨਹੀਂ ਹਟਾਂਗਾ, ਇਸ ਮਿਸ਼ਨ ਤੇ ਲੱਗਾ ਰਹਾਂ। ਤੇ ਮੇਰੇ ਖਿਆਲ ਇਹ ਆਸ਼ੀਰਵਾਦ ਲੈ ਕੇ ਆਏ ਨੇ, ਗੋਡ ਗਿਫਟ ਹੈ ਇਹਨਾਂ ਲਈ। ਮੈਂ ਤਾਂ ਇਹ ਕਹੂੰਗੀ ਕਿ ਆਸ਼ੀਰਵਾਦ ਦੇਣ ਵਾਲਾ ਇਨਸਾਨ ਤਾਂ ਕੌਣ ਹੁੰਦਾ? ਮੈਨੂੰ ਲੱਗਦਾ ਖੁਦਾ ਨੇ ਇਹਨਾਂ ਨੂੰ ਸਪੈਸ਼ਲ ਇਸ ਲਈ ਚੁਣਿਆ ਹੋਣਾ ਤੇ ਆਪਣਾ ਆਸ਼ੀਰਵਾਦ ਬਕਾਇਦਾ ਬਣਾ ਕੇ ਹੀ ਭੇਜਿਆ ਤੇ ਬਣਾ ਕੇ ਹੀ ਰੱਖਣਗੇ, ਤੇ ਉਹ ਬਣਿਆ ਹੋਇਆ ਦਿਸ ਵੀ ਰਿਹਾ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਡਾਕਟਰ ਸਾਹਿਬ ਜਾਂਦੇ ਕੁਝ ਕਹਿਣਾ ਚਾਹੋਗੇ? ਭਾਜੀ ਥੈਂਕ ਯੂ, ਸਾਰੀ ਸੰਗਤ ਦਾ ਇਸੇ ਤਰ੍ਹਾਂ ਪਿਆਰ ਔਰ ਆਸ਼ੀਰਵਾਦ ਦਿੰਦੇ ਰਹੋ ਜੀ। ਔਰ ਹਰ ਪੰਜਾਬ ਦੇ ਹਰ ਅੱਜ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਆਪਾਂ ਕੀਤਾ, ਨੈਕਸਟ ਲੁਧਿਆਣਾ ਕਰ ਰਹੇ ਹਾਂ, ਡੇਟ ਜਲਦੀ ਅਨਾਉਂਸ ਕਰਾਂਗੇ। ਕੋਸ਼ਿਸ਼ ਹੈ ਸਭ ਤੋਂ ਪਹਿਲਾਂ ਆਪਦਾ ਘਰ ਠੀਕ ਕਰਨਾ ਹੈ। ਆਪਦਾ ਘਰ ਮੀਨਸ ਪੰਜਾਬ, ਫਿਰ ਗਵਾਂਢੀ ਨੂੰ ਸਲਾਹ ਦੇਵਾਂਗੇ, ਮਤਲਬ ਹਰਿਆਣੇ ਨੂੰ, ਫਿਰ ਹੀ ਰਾਜਸਥਾਨ ਨੂੰ, ਫਿਰ ਹੀ ਜੰਮੂ ਨੂੰ, ਫਿਰ ਹੀ ਹਿਮਾਚਲ ਨੂੰ, ਫਿਰ ਹੀ ਕਿਸੇ ਹੋਰ ਕੰਟਰੀ ਨੂੰ। ਹਾਂ, ਫਿਰ ਕਿਸੇ ਹੋਰ ਕੰਟਰੀ ਨੂੰ। ਔਰ ਇਹ ਸੰਗਤ ਦਾ ਆਸ਼ੀਰਵਾਦ ਹੈ, ਔਨ ਕੈਮਰਾ ਕਹਿ ਰਹੇ ਹਾਂ। ਇੱਕ ਦਿਨ ਪੂਰੇ ਸੰਗਤ ਦੇ ਆਸ਼ੀਰਵਾਦ ਨਾਲ ਜਿੰਨੇ ਵੀ ਸਾਡੇ ਵੈਲ ਵਰਕਰਸ ਨੇ, ਜਿੰਨੀਆਂ ਵੀ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ, ਸਾਰਿਆਂ ਦਾ ਸਾਥ ਨਾਲ ਰਿਹਾ ਤਾਂ ਇੱਕ ਦਿਨ ਛੇਤੀ ਲਿਆ ਦਾਂਗੇ ਜਿਸ ਦਿਨ ਗੋਰੇ ਤੁਹਾਨੂੰ ਆ ਕੇ ਆਪਣੀਆਂ ਨਬਜ਼ਾਂ ਚੈੱਕ ਕਰਾਇਆ ਕਰਨਗੇ। ਕੀ ਬਾਤ ਹੈ, ਗੋਰੇ ਨਬਜ਼ਾਂ ਚੈੱਕ ਕਰਾਇਆ ਕਰਾਂਗੇ। ਇਹ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦਾ ਵਚਨ ਹੈ ਤੇ ਮਾਤਾ ਜੀ ਦਾ ਆਸ਼ੀਰਵਾਦ ਹੈ। ਤੇ ਮੈਂ ਇਹ ਵਾਅਦਾ ਕਰਦਾ ਕਿ ਜੇ ਇਦਾਂ ਦੀਆਂ ਰੂਹਾਂ ਇੱਥੇ ਜੁੜੀਆਂ ਰਹੀਆਂ ਤਾਂ ਮੈਂ ਵੀ ਇਹਨਾਂ ਦਾ ਸਾਥ ਨਹੀਂ ਛੱਡਣ ਲੱਗਿਆ। ਥੈਂਕ ਯੂ ਸਰ ਸਾਰੇ। ਚਲੋ, ਇਹ ਤਾਂ ਅਸੀਂ ਡਾਕਟਰ ਵਰਿੰਦਰ ਸਿੰਘ ਭੁੱਲਰ ਤੇ ਬੇਬੇ ਜੀ। ਹੁਣ ਆਪਾਂ ਕੁਝ ਹੋਰ ਬੰਦਿਆਂ ਨਾਲ ਗੱਲ ਕਰਦੇ ਹਾਂ। ਇਹ ਤਾਂ ਹੋ ਸਕਦਾ ਵੀ ਆਪਣੀ ਗੱਲਬਾਤ ਕਰਕੇ ਸ਼ਾਇਦ ਇੱਥੇ ਤੱਕ ਹੀ ਚਰਚਾ ਰਹਿ ਗਈ ਹੋਵੇ ਤੇ ਇਹ ਇੱਕ ਬੰਦੇ ਨੂੰ ਬੜੀ ਵਧੀਆ ਲੱਗੀ ਹੋਵੇ। ਆਪਾਂ ਹੋਰਾਂ ਤੋਂ ਵੀ ਜਾਣਦੇ ਹਾਂ, ਕਿਸੇ ਹੋਰ ਨੂੰ ਵੀ ਵਧੀਆ ਲੱਗੀ ਇਹ ਗੱਲਬਾਤ ਕਿ ਨਹੀਂ? ਆਓ ਹੋਰ ਜਾਣਦੇ ਹਾਂ। ਸੋ ਤੁਸੀਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਕਮਰ ਗਰੇਵਾਲ ਜੀ ਦੇ ਮਾਤਾ ਜੀ ਨੇ ਆਪਣੇ ਵਿਚਾਰ ਪੇਸ਼ ਕੀਤੇ, ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਨੇ ਆਪਣੇ ਵਿਚਾਰ ਪੇਸ਼ ਕੀਤੇ। ਹੋ ਸਕਦਾ ਸਾਰੇ ਕੁਝ ਬੰਦੇ ਕਹਿ ਦਿੰਦੇ ਹੋਣ ਵੀ ਨਹੀਂ ਇਹ ਤਾਂ ਇੱਕ ਸੈਲੀਬ੍ਰਿਟੀ ਦੇ ਮਾਤਾ ਜੀ ਨੇ, ਸ਼ਾਇਦ ਕਮਰ ਗਰੇਵਾਲ ਜੀ ਜੁੜੇ ਹੋਏ ਨੇ
ਤੇ ਕੀ ਪਤਾ ਉਹਨਾਂ ਦੇ ਕਰਕੇ ਕਹਿਤਾ ਹੋਵੇ। ਡਾਕਟਰ ਵਰਿੰਦਰ ਸਿੰਘ ਭੁੱਲਰ ਆਪਣੀ ਵਾਹਵਾਹੀ ਕਰਨਾ ਚਾਹੁੰਦੇ ਹੁਣ, ਸ਼ਾਇਦ ਉਹ ਕਹਿ ਦਿੱਤਾ ਹੋਵੇ ਉਹਨਾਂ ਕਰਕੇ, ਲੇਕਿਨ ਆਮ ਪਬਲਿਕ ਕੀ ਸੋਚਦੀ ਹੈ। ਇੱਕ ਭਾਈ ਸਾਹਿਬ ਅੰਦਰੋਂ ਨਿਕਲ ਕੇ ਆਏ ਨੇ, ਮੈਨੂੰ ਪਤਾ ਨਹੀਂ, ਮੈਂ ਜਾਣਦਾ ਨਹੀਂ ਹੈਗਾ, ਅੰਦਰੋਂ ਨਿਕਲ ਕੇ ਆਏ ਨੇ, ਆਪਾਂ ਇਹਨਾਂ ਤੋਂ ਜਾਣਦੇ ਹਾਂ ਅੰਦਰ ਜਦੋਂ ਗਏ ਸੀ ਕੀ ਸੋਚ ਕੇ ਗਏ ਸੀ, ਅੰਦਰੋਂ ਨਿਕਲ ਰਹੇ ਨੇ ਕੀ ਸੋਚ ਕੇ ਨਿਕਲ ਰਹੇ ਨੇ, ਕੀ ਹਾਸਲ ਕਰਕੇ ਨਿਕਲ ਰਹੇ। ਕੀ ਨਾਮ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਸਮੀਤ ਸਿੰਘ ਹੈ। ਜਸਵੀਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਆ? ਮੈਨੂੰ ਕਦੇ ਦੇਖਿਆ ਪਹਿਲਾਂ ਕਦੇ? ਹਾਂਜੀ ਹਾਂਜੀ ਦੇਖਿਆ, ਮੈਂ ਨਿਊਜ਼ ਏਸ਼ੀਆ ਚੈਨਲ ਦੇਖਿਆ, ਉੱਤੇ ਡਾਕਟਰ ਸਾਹਿਬ ਦੀਆਂ ਵੀਡੀਓਜ਼ ਵੀ ਦੇਖੀਆਂ ਕੁਛ, ਇਸ ਕਰਕੇ ਮੈਂ ਥੋੜਾ ਬਹੁਤਾ ਜਾਣਦਾ ਜੀ ਤੁਹਾਡੇ ਬਾਰੇ। ਅੱਛਾ, ਤੇ ਕਿੱਦਾਂ ਮਤਲਬ ਜਦੋਂ ਤੁਸੀਂ ਵੀਡੀਓਜ਼ ਦੇਖਦੇ ਸੀਗੇ ਤੇ ਉਦੋਂ ਕੀ ਇੱਛਾ ਹੋਈ, ਤੇ ਫਿਰ ਜਦੋਂ ਇੱਥੇ ਆਉਣ ਦੀ ਸੋਚੀ ਤੇ ਕੀ ਇੱਛਾ ਹੋਈ? ਕਿਉਂਕਿ ਹੁੰਦਾ ਨਾ ਵੀ ਸਮਾਂ ਬਹੁਤ ਜਿਹੜਾ ਕੀਮਤੀ ਹੁੰਦਾ, ਕੋਈ ਸਮਾਂ ਇੰਨਾ ਕੱਢ ਨਹੀਂ ਪਾਉਂਦਾ, ਤੇ ਕਿਵੇਂ ਸਮਾਂ ਕੱਢਿਆ? ਸਮਾਂ ਤੇ ਦੇਖੋ ਜੀ ਆਪਣੇ ਵਾਸਤੇ ਕੱਢਿਆ, ਮਤਲਬ ਜੋ ਵੀਡੀਓਜ਼ 'ਚ ਦੇਖਿਆ ਸੀ ਮੈਂ, ਜੋ ਮੇਰੀ ਐਕਸਪੈਕਟੇਸ਼ਨ ਸੀ, ਉਹ ਵੀਡੀਓਜ਼ ਵੇਖ ਕੇ ਐਕਸਪੈਕਟੇਸ਼ਨ ਬੜੀ ਹਾਈ ਸੀ ਕਿ ਮੈਨੂੰ ਕੁਝ ਨੌਲੇਜ ਐਕਸਟਰਾ ਮਿਲੇਗੀ ਜਿਹੜੀ ਕਿ ਮੇਰੇ ਕੰਮ ਆਏਗੀ ਜਾਂ ਮੇਰੇ ਪਰਿਵਾਰ ਦੇ ਕੰਮ ਆਏਗੀ। ਉਹ ਨੌਲੇਜ ਮੈਨੂੰ ਮਿਲੀ ਹੈ ਨੈਚੁਰਲ ਸਾਇੰਸ ਦੀ ਤੌਰ ਤੇ, ਜਿਹੜੀ ਮੇਰੀ ਬਾਡੀ ਦੀ ਸਾਇੰਸ ਹੈ, ਜਿਹੜੀ ਮੈਨੂੰ ਸਮਝਣੀ ਜ਼ਰੂਰੀ ਹੈ, ਜਿਹਦੇ ਤੋਂ ਅੱਜ ਸਾਰੀ ਦੁਨੀਆ ਹੀ ਪਰੇਸ਼ਾਨ ਹੈ। ਜਿਸ ਤਰ੍ਹਾਂ ਐਗਜ਼ਾਮਪਲ ਕਰੋਨਾ ਵਾਇਰਸ ਹੀ ਸਾਰੀ ਦੁਨੀਆ ਨੂੰ ਪਰੇਸ਼ਾਨ ਕਰਕੇ ਬੈਠਾ ਹੈ, ਤੇ ਉਹ ਸਾਨੂੰ ਜਰਨਲ ਚੀਜ਼ਾਂ ਦੀ ਸਮਝ ਆ ਗਈ ਨਹੀਂ ਤੇ ਫਿਰ ਅਸੀਂ ਗਲਤ ਹੱਥਾਂ ਦੇ ਵਿੱਚ ਪੈਂਦੇ ਹਾਂ। ਤੇ ਜਦੋਂ ਸਾਨੂੰ ਬੇਸਿਕ ਨੌਲੇਜ ਹੋਏਗੀ ਤੇ ਫਿਰ ਅਸੀਂ ਮਤਲਬ ਕਿਸੇ ਚੀਜ਼ ਦਾ ਅਸੀਂ ਸ਼ਿਕਾਰ ਜਾਂ ਪ੍ਰੇ ਉਹਨਾਂ ਦੇ ਬਣ ਨਹੀਂ ਸਕਦੇ। ਅੱਛਾ, ਥੋੜਾ ਸ਼ਾਰਟਕਟ 'ਚ ਦੱਸੋਗੇ ਅੰਦਰੋਂ ਹਾਸਲ ਕੀ ਕੀਤਾ? ਕਿਉਂਕਿ ਆਪਾਂ ਇਹਦਾ ਰਸਤਾ ਵੀ ਆਪਾਂ ਇਹ ਚੀਜ਼ਾਂ ਹਾਸਲ ਹੋਣਗੀਆਂ, ਕੀ ਲੱਭਿਆ ਤੁਹਾਨੂੰ ਅੰਦਰੋਂ? ਅੰਦਰੋਂ ਸਰ ਇੱਕ ਕੌਨਫੀਡੈਂਸ ਹੀ ਹੁੰਦਾ ਨਾ। ਤੁਸੀਂ ਜੇ ਤੁਹਾਨੂੰ ਆਪਣੀ ਗੱਲ ਤੇ ਕੌਨਫੀਡੈਂਸ ਹੈ, ਤੁਸੀਂ ਜਿਹੜੇ ਵਿਚਾਰਾਂ ਤੇ ਵਿਸ਼ਵਾਸ ਕਰਦੇ ਹੋ, ਤੁਸੀਂ ਉਹਨਾਂ ਵਿਸ਼ਵਾਸ ਤੇ ਕਿੰਨਾ ਉਹਨਾਂ ਜਿਹੜੇ ਤੁਹਾਡੇ ਵਿਚਾਰ ਉਹਨਾਂ ਤੇ ਕਿੰਨਾ ਕੁ ਵਿਸ਼ਵਾਸ ਹੈ, ਉਹਨਾਂ ਵਿਸ਼ਵਾਸ ਦੇ ਸਿਰ ਤੇ ਤੁਸੀਂ ਅੱਗੇ ਕੰਮ ਕਰਦੇ ਹੋ ਕੋਈ ਵੀ। ਕੁਛ ਇਹ ਪਤਾ ਲੱਗਿਆ ਕਿ ਕਿੱਥੇ ਖਰਾਬੀ ਹੋ ਰਹੀ ਹੈ ਬੋਡੀ ਦੇ ਅੰਦਰ ਤਾਂ ਕਿ ਸਰੀਰ ਖਰਾਬ ਹੋ ਰਿਹਾ, ਅੰਦਰੋਂ ਪਤਾ ਲੱਗਿਆ? ਜਦੋਂ ਅਸੀਂ ਅਨਨੈਚੁਰਲ ਚੀਜ਼ਾਂ ਵਰਤਦੇ ਹਾਂ ਜਾਂ ਅਨਨੈਚੁਰਲ ਤਰੀਕੇ ਦੇ ਨਾਲ ਅਸੀਂ ਜੀਵਨ ਜੀਂਦੇ ਹਾਂ, ਉੱਠਦੇ ਬੈਠਦੇ ਹਾਂ ਅਨਨੈਚੁਰਲ ਤਰੀਕੇ ਦੇ ਨਾਲ, ਉਹ ਜਿਹੜੇ ਮਤਲਬ ਉਹੀ ਸਾਨੂੰ ਬਿਮਾਰ ਕਰ ਰਹੇ ਆ। ਕੁਦਰਤ ਨੇ ਸਾਨੂੰ ਬਿਮਾਰ ਹੋਣ ਵਾਸਤੇ ਤੇ ਬਣਾਇਆ ਨਹੀਂ, ਉਹਨੇ ਤੇ ਇੱਕ ਬੜੇ ਮਿਲੀਅਨ ਆਫ ਈਅਰਸ ਦੇ ਵਿੱਚ ਸਾਨੂੰ ਉਹਨੇ ਡਿਵੈਲਪ ਕੀਤਾ, ਤੇ ਉਹ ਸਾਨੂੰ ਕਿਸ ਤਰ੍ਹਾਂ ਬਿਮਾਰ ਕਰ ਸਕਦੀ ਹੈ। ਸੋ ਜਿਹੜੇ ਸਾਡੀਆਂ ਕਮੀਆਂ ਪੇਸ਼ੀਆਂ, ਜਿਹੜੀ ਅਸੀਂ ਅਨਨੈਚੁਰਲ ਚੀਜ਼ਾਂ ਵਰਤਦੇ ਹਾਂ ਜਾਂ ਉਸ ਤਰ੍ਹਾਂ ਦੇ এনवायरमेंट 'ਚ ਰਹਿੰਦੇ ਹਾਂ, ਉਹਨਾਂ ਨੂੰ ਮਤਲਬ ਸਮਝਣ ਦੀ ਕੋਸ਼ਿਸ਼ ਇਹਨਾਂ ਨੇ ਮਤਲਬ ਸਾਨੂੰ ਦੱਸਿਆ ਕਿ ਵੀ ਉਹਨਾਂ ਨੂੰ ਤੁਸੀਂ ਸਮਝੋ ਤੇ ਉਹਨਾਂ ਨੂੰ ਰੈਕਟੀਫਾਈ ਕਰੋ। ਤੇ ਇੱਥੇ ਆਉਣ ਤੋਂ ਪਹਿਲਾਂ ਇਹ ਚੀਜ਼ਾਂ ਪਤਾ ਸੀ ਤੁਹਾਨੂੰ? ਥੋੜੀ ਨੌਲੇਜ ਮੈਨੂੰ ਹੈ ਸੀ ਕਿਉਂਕਿ ਮੈਂ ਇਹਨਾਂ ਚੀਜ਼ਾਂ ਨੂੰ ਦੇਖਦਾ ਰਹਿੰਦਾ ਸਾਰਾ, ਤੇ ਫਿਰ ਵੀ ਇੱਕ ਜਿਹੜਾ ਲਾਈਵ ਐਕਸਪੀਰੀਅੰਸ ਹੁੰਦਾ ਉਹ ਅਲੱਗ ਹੁੰਦਾ। ਪਰ ਲਾਈਵ ਐਕਸਪੀਰੀਅੰਸ ਕਾਫੀ ਕੁਝ ਮਿਲਿਆ? ਹਾਂਜੀ ਹਾਂਜੀ ਬਿਲਕੁਲ, ਲਾਈਫ ਐਕਸਪੀਰੀਅੰਸ ਦੇ ਵਿੱਚ એનર્ਜੀ ਮਿਲਦੀ ਹੈ। ਐਕਚੁਅਲੀ ਸਾਰਾ ਕੁਝ ਤੇ એનર્ਜੀ ਨਾਲ ਹੀ ਚੱਲਦਾ ਨਾ। ਕਦੇ ਉੱਥੇ ਇੱਥੋਂ ਉੱਠਣ ਦਾ ਜੀ ਕੀਤਾ ਵੀ ਯਾਰ ਬਹੁਤ ਲੇਟ ਹੋ ਗਿਆ ਯਾਰ ਮੈਂ ਚੱਲਾਂ ਹੁਣ? ਨਹੀਂ, ਉੱਠਣ ਦਾ ਤੇ ਜੀ ਨਹੀਂ ਕੀਤਾ, ਕਿਉਂਕਿ ਜਦੋਂ ਇਨਫੋਰਮੇਸ਼ਨ ਮਿਲਦੀ ਰਹੇ ਫਿਰ ਉੱਠਣ ਦਾ ਦਿਲ ਨਹੀਂ ਕਰਦਾ। ਜਦੋਂ ਇਨਫੋਰਮੇਸ਼ਨ ਨਾ ਹੋਵੇ ਵਿੱਚ, ਐਕਚੁਅਲ ਤੱਤ ਨਾ ਹੋਵੇ ਚੀਜ਼ ਦੇ ਵਿੱਚ, ਫੇਰ ਹੀ ਬੰਦੇ ਬੋਰਿੰਗ ਜਾਂ ਬੋਰੀਅਤ ਮਹਿਸੂਸ ਕਰਦਾ। ਅੱਛਾ, ਜਾਂਦੇ ਜਾਂਦੇ ਕੁਝ ਕਹਿਣਾ ਚਾਹੋਗੇ ਦਰਸ਼ਕਾਂ ਨੂੰ, ਕਿਉਂਕਿ ਅੰਦਰੋਂ ਨਿਕਲ ਕੇ ਆ ਰਹੇ ਹੋ ਬਾਹਰ? ਮੈਂ ਤਾਂ ਇਹੀ ਕਹਿਣਾ ਚਾਹਾਂਗਾ ਜੀ ਵੀ ਆਪਾਂ ਜ਼ਿਆਦਾ ਤੋਂ ਜ਼ਿਆਦਾ ਨੇਚਰ ਨਾਲ ਜੁੜਨਾ ਚਾਹੀਦਾ ਵਾ ਸਾਨੂੰ, ਤਾਂ ਕਿ ਅਸੀਂ ਸਾਡੀ ਦੂਸਰਿਆਂ ਤੇ ਡਿਪੈਂਡੈਂਸੀ ਮੁੱਕੇ। ਜਦੋਂ ਅਸੀਂ ਡਿਪੈਂਡ ਹੋ ਜਾਂਦੇ ਹਾਂ ਫਿਰ ਅਸੀਂ ਅਗਲੇ ਦੇ ਹੱਥ ਦੇ ਵਿੱਚ ਆ, ਉਹ ਸਾਡੇ ਨਾਲ ਚੰਗਾ ਕਰੇ ਜਾਂ ਮੰਦਾ ਕਰੇ। ਇਸ ਕਰਕੇ ਸਾਨੂੰ ਆਪਣੇ ਬਾਰੇ ਆਪਣੀ ਨੌਲੇਜ ਖੁਦ ਹੀ ਰੱਖਣੀ ਚਾਹੀਦੀ ਹੈ। ਪੋਜ਼ਿਟਿਵਿਟੀ ਲਿਆਣੀ ਹੈ। ਬਿਲਕੁਲ, ਇਹ ਪੋਜ਼ਿਟਿਵਿਟੀ ਹੈ ਜੀ ਸਰ, ਕਿ ਜੇ ਅਸੀਂ ਆਪਣੀ ਨੌਲੇਜ ਆਪ ਲਈ ਸਾਡੇ 'ਚ ਆਟੋਮੈਟਿਕਲੀ ਪੋਜ਼ਿਟਿਵਿਟੀ ਆਉਂਦੀ ਹੈ ਤੇ ਆਪਣਾ ਕੌਨਫੀਡੈਂਸ ਰੇਜ਼ ਹੁੰਦਾ। ਅਸੀਂ ਆਪਣਾ ਵੀ ਖਿਆਲ ਰੱਖ ਸਕਦੇ ਹਾਂ, ਅਸੀਂ ਆਪਣੇ ਪਰਿਵਾਰ ਦਾ, ਆਪਣੇ ਬੱਚਿਆਂ ਦਾ, ਸਾਰਿਆਂ ਦਾ ਖਿਆਲ ਰੱਖ ਸਕਦੇ ਹਾਂ। ਕੀ ਬਾਤ ਹੈ, ਬਹੁਤ ਬਹੁਤ ਧੰਨਵਾਦ। ਤੁਸੀਂ ਨਿਊਜ਼ ਏਸ਼ੀਆ ਪੰਜਾਬੀ ਦੇ ਨਾਲ ਅੰਦਰੋਂ ਨਿਕਲ ਕੇ ਤਜਰਬਾ ਸਾਂਝਾ ਕੀਤਾ, ਬਹੁਤ ਬਹੁਤ ਤੁਹਾਡਾ ਵੀ ਬਹੁਤ ਧੰਨਵਾਦ ਜੀ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਬਹੁਤ ਧੰਨਵਾਦ, ਬਹੁਤ ਧੰਨਵਾਦ। ਇੱਕ ਹੋਰ ਅੰਦਰੋਂ ਨਿਕਲ ਕੇ ਆਏ ਨੇ ਭਾਈ ਸਾਹਿਬ, ਜਾਣਦੇ ਆਪਾਂ ਕੀ ਹਾਸਲ ਕੀਤਾ। ਜਦੋਂ ਅੰਦਰ ਗਏ ਸੀ ਤੇ ਕਿੱਦਾਂ ਦੇ ਮਾਹੌਲ ਸੀ, ਕਿੱਦਾਂ ਦੀ ਸੋਚ ਸੀ, ਤੇ ਜਦੋਂ ਹੁਣ ਅੰਦਰੋਂ ਨਿਕਲ ਰਹੇ ਨੇ ਉਹ ਕਿੱਦਾਂ ਦੀ ਸੋਚ ਹੈ, ਕੁਝ ਹਾਸਲ ਕੀਤਾ? ਕੀ ਨਾਮ ਹੈ ਜੀ ਤੁਹਾਡਾ? ਜਗਤਾਰ ਸਿੰਘ ਹੈ ਮੇਰਾ ਨਾਮ। ਜਗਤਾਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ, ਇੱਥੇ ਕਿਵੇਂ ਆ ਗਏ? ਮੈਂ ਸੰਗਰੂਰ ਦਾ ਰਹਿਣ ਵਾਲਾ, ਤੇ ਮੈਨੂੰ ਆਪਣੇ ਕੁਲੀਗ ਤੋਂ ਪਤਾ ਲੱਗਾ ਸੀਗਾ ਇਦਾਂ ਕਿ ਕਲਾਸ ਹੋਣੀ ਹੈ ਇੱਥੇ। ਤੇ ਐਕਚੁਅਲੀ ਪਹਿਲਾਂ ਮੈਨੂੰ ਪ੍ਰੋਬਲਮ ਸੀਗੀ, ਤੇ ਮੈਨੂੰ ਪਹਿਲਾਂ ਇੱਕ ਪ੍ਰੋਬਲਮ ਸੀ, ਤੇ ਮੈਂ ਹੁਣ ਬਹੁਤ ਰਿਕਵਰੀ ਕਰ ਰਿਹਾ ਇਸ ਟਾਈਮ। ਤੇ ਰਿਕਵਰੀ ਡਾਕਟਰ ਭੁੱਲਰ ਤੋਂ ਹੀ ਦਵਾਈ ਲੈ? ਹਾਂਜੀ ਹਾਂਜੀ, ਡਾਕਟਰ ਸਾਹਿਬ ਤੋਂ ਲੈ ਰਹੇ ਨੇ। ਤੇ ਡਾਕਟਰ ਸਾਹਿਬ ਤੋਂ ਦਵਾਈ ਲੈਣ ਤੋਂ ਬਾਅਦ ਇੱਕ ਮਨ 'ਚ ਇੱਛਾ ਜਾਗੀ ਵੀ ਹੋਰ ਕੁਝ ਅੰਦਰੋਂ ਲੱਭਾਂ, ਕੀ ਪਤਾ ਕੁਝ ਹੋਰ ਮਿਲ ਜੇ ਆਪਾਂ ਨੂੰ? ਬਿਲਕੁਲ ਬਿਲਕੁਲ ਸਰ, ਐਕਚੁਅਲੀ ਮੈਂ ਵੀਡੀਓਜ਼ ਬਹੁਤ ਦੇਖੀਆਂ ਸਰਦੀਆਂ। ਕਿਹੜੀਆਂ ਵੀਡੀਓ? ਸਰਦੀਆਂ ਮਤਲਬ ਪੇਸ਼ੈਂਟਸ ਵੀਡੀਓਜ਼ ਦੇਖੀਆਂ। ਨਿਊਜ਼ ਏਸ਼ੀਆ ਪੰਜਾਬੀ ਦੇਖੇ ਕਿਤੇ ਹੋਰ ਪਾਸੇ? ਨਿਊਜ਼ ਏਸ਼ੀਆ ਪੰਜਾਬੀ ਤੋਂ ਦੇਖੀ, ਤੇ ਆਪਣੇ ਚੈਨਲ ਤੇ ਦੇਖੀ ਸਰ। ਤੇ ਬਹੁਤ ਮਤਲਬ ਤੁਸੀਂ ਵਧੀਆ ਕੰਮ ਕਰ ਰਹੇ ਹੋ, ਤੇ ਸਰ ਵੀ ਸਰ ਨੂੰ ਬਹੁਤ ਮਤਲਬ ਥੈਂਕਸ ਕਹਿੰਦੇ ਆ ਜਿਨ੍ਹਾਂ ਨਾਲ ਅਸੀਂ ਜੁੜੇ ਹਾਂ ਇਹਨਾਂ ਨਾਲ, ਤੇ ਆਪਣੇ ਸਰੀਰ ਬਾਰੇ ਨੌਲੇਜ ਬਹੁਤ ਮਿਲਦੀ ਹੈ ਇਹਨਾਂ ਨਾਲ, ਇਹਨਾਂ ਦੀਆਂ ਕਲਾਸਿਸ ਲੈ ਕੇ। ਇਹ ਅੰਦਰ ਗਏ ਜਦੋਂ ਨੌਲੇਜ ਕੁਝ ਹਾਸਲ ਹੋਈ ਕਿ ਉੱਪਰ ਹੀ ਲੰਘ ਗਿਆ? ਨਹੀਂ ਸਰ, ਮੈਂ ਇੱਕ ਚੀਜ਼ ਨੋਟ ਕੀਤੀ ਹੈ ਸਰ ਆਪਣੀ ਡਾਇਰੀ 'ਚ। ਅੱਛਾ, ਨੋਟ ਕੀਤੀ ਹੈ? ਮੈਂ ਦਿਖਾ ਸਕਦਾ ਸਰ। ਕੀ ਬਾਤ ਹੈ, ਨੋਟ ਕਰਕੇ ਲਿਆਇਓ ਅੰਦਰੋਂ, ਤੇ ਉਹਦਾ ਫਿਰ ਕੀ ਕਰੋਗੇ ਸਰ? ਅੱਗੇ ਡਿਸਟ੍ਰੀਬਿਊਟ ਕਰਾਂਗੇ, ਆਪੇ ਲੋਕਾਂ ਨੂੰ ਗਿਆਨ ਵੰਡਾਂਗੇ। ਹਾਂਜੀ ਹਾਂਜੀ, ਪਹਿਲਾਂ ਆਪਣੇ ਤੋਂ ਕੋਈ ਅਸਰ ਲਾਗੂ ਕਰੋਗੇ? ਬਿਲਕੁਲ ਮੈਂ ਕਰ ਰਿਹਾ ਸਰ, ਇਸ ਟਾਈਮ ਮੈਂ ਕਰ ਰਿਹਾ। ਲਗਭਗ ਮੈਨੂੰ ਜੁੜੇ 1.5 ਸਾਲ ਵਾਂਗੂ ਹੋ ਗਿਆ, ਤੇ ਮੈਂ ਮਤਲਬ ਆਪਣੇ ਆਪ 'ਚ ਬਹੁਤ ਜ਼ਿਆਦਾ ਵਧੀਆ ਫੀਲ ਕਰ ਰਿਹਾ, ਕਿਉਂਕਿ ਆਪਾਂ ਨੂੰ ਐਲੋਪੈਥੀ ਤੋਂ ਜਾਣ ਦੀ ਲੋੜ ਨਹੀਂ ਹੈ। ਮੈਂ ਆਪਣੇ 90% ਮਤਲਬ 91 5% ਅਸੀਂ ਐਲੋਪੈਥੀ ਖਤਮ ਕਰ ਚੁੱਕੇ ਹਾਂ।
ਐਲੋਪੈਥੀ ਖਤਮ ਕਰਤੀ ਤੇ ਹੁਣ ਕੀ ਜਦੋਂ ਇੱਥੋਂ ਨਿਕਲੋਗੇ ਤੁਸੀਂ ਤਾਂ ਅੰਦਰ ਬੜੇ ਸੀ ਕਿੱਦਾਂ ਦੀ ਸੋਚ ਸੀ ਤੇ ਹੁਣ ਨਿਕਲ ਕੇ ਜਾ ਰਹੇ ਹੋ ਕਿੱਦਾਂ? ਸੋਚ ਇਹੀ ਹੈ ਮਤਲਬ ਬਦਲੀ ਹੋਈ ਐਜ਼ ਅ ਪੋਜ਼ਿਟਿਵ ਅਸੀਂ ਲੈ ਕੇ ਚੱਲਦੇ ਹਾਂ ਵੀ ਆਪਾਂ ਨੂੰ ਨੈਚੁਰਲ ਤਰੀਕੇ ਨਾਲ ਵੱਲ ਹੀ ਆਉਣਾ ਪੈਣਾ। ਅੱਜ ਦੀ ਸੋਚ, ਅੱਜ ਦੀ ਲੋੜ ਹੈ, ਇਸ ਜ਼ਮਾਨੇ ਦੀ ਨੀਡ ਹੈ। ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਅੰਦਰੋਂ ਨਿਕਲ ਕੇ ਤਜਰਬਾ ਸਾਂਝਾ ਕੀਤਾ, ਬਹੁਤ ਬਹੁਤ ਥੈਂਕ ਯੂ ਸਰ, ਥੈਂਕ ਯੂ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਅੰਦਰ ਗਏ ਸੀ ਤੇ ਅੰਦਰੋਂ ਬਾਹਰ ਨਿਕਲ ਕੇ ਆ ਰਹੇ ਨੇ, ਕਿੱਦਾਂ ਬਦਲਾਅ ਆਇਆ, ਕਿੱਦਾਂ ਦੇ ਖੁਸ਼ੀ ਹੈ ਚਿਹਰੇ ਦੇ ਉੱਤੇ। ਇੰਨੀ ਦੇਰ ਦੀ ਥਕਾਵਟ ਨਹੀਂ ਹੈਗੀ ਵੀ ਅੰਦਰ ਬੈਠੇ ਸੀ ਯਾਰ ਬੋਰ ਹੋ ਗਏ, ਇੰਨੀ ਦੇਰ ਦੀ ਥਕਾਵਟ ਨਹੀਂ ਸੀ ਵੀ ਅੰਦਰ ਬੈਠੇ ਸੀ ਵੀ ਸਾਨੂੰ ਹਾਸਲ ਕੁਝ ਨਹੀਂ ਹੋਇਆ, ਥੱਕ ਗਏ ਅੰਦਰ ਬੈਠੇ ਬੈਠੇ ਯਾਰ ਇੰਨੀ ਦੇਰ ਬੰਨ ਕੇ ਬਿਠਾਈ ਰੱਖਿਆ, ਉਹੀ ਵੇਸਟ ਹੋ ਗਿਆ ਟਾਈਮ। ਨਹੀਂ, ਪੋਜ਼ਿਟਿਵਿਟੀ ਨਿਕਲ ਕੇ ਆਈ ਹੈ, ਕੁਝ ਹਾਸਲ ਕਰਕੇ ਜਾ ਰਹੇ ਨੇ। ਡਾਕਟਰ ਸਾਹਿਬ ਨੇ ਇੱਕ ਵਾਅਦਾ ਕੀਤਾ ਸੀ, ਬੈਠਣਗੇ ਨਿਰੋਗੀ ਲੇਕਿਨ ਉੱਠਣਗੇ, ਬੈਠਣਗੇ ਰੋਗੀ ਉੱਠਣਗੇ ਨਿਰੋਗੀ, ਤੇ ਬਹੁਤ ਸਾਰੇ ਮੈਨੂੰ ਲੱਗ ਰਿਹਾ ਕਿ ਨਿਰੋਗੀ ਹੋ ਕੇ ਬਾਹਰ ਨਿਕਲ ਕੇ ਇੱਕ ਖੁਸ਼ੀ ਹੈ ਚਿਹਰੇ ਦੇ ਵਿੱਚ। ਤੇ ਡਾਕਟਰ ਸਾਹਿਬ ਵਾਲਾ ਉਹੀ ਗੱਲ, ਪਲਾਸੀਬੋ ਇਫੈਕਟ ਨਜ਼ਰ ਆ ਰਿਹਾ ਹੈ। ਹੋਰ ਤੋਂ ਜਾਣਦੇ ਆ ਕਿਸੇ ਤੋਂ, ਆਜੋ। ਤੁਸੀਂ ਅੰਦਰੋਂ ਨਿਕਲ ਕੇ ਆ ਰਹੇ ਹੋ? ਹਾਂਜੀ ਬਿਲਕੁਲ। ਸਾਇੰਸ ਕਲਾਸ ਅਟੈਂਡ? ਹਾਂਜੀ ਹਾਂਜੀ। ਕਿਵੇਂ ਕਿੱਦਾਂ ਇੱਥੇ ਕਿਵੇਂ ਪਹੁੰਚ ਕੇ, ਰਹਿਣ ਵਾਲੇ ਕਿੱਥੋਂ? ਸਿਰਸਾ ਹਰਿਆਣਾ ਤੋਂ ਹੈ ਜੀ। ਹਰਿਆਣਾ ਤੋਂ? ਪੂਰੇ ਕਿਵੇਂ ਆ ਗਏ, ਕਿੱਦਾਂ ਪਤਾ, ਕਿਵੇਂ ਪਤਾ ਲੱਗ ਗਿਆ? ਡਾਕਟਰ ਸਾਹਿਬ ਦੀਆਂ ਕਾਫੀ ਵੀਡੀਓਜ਼ ਦੇਖੀਆਂ ਸੀ, ਜਿਹੜੀ ਮੋਟੀਵੇਸ਼ਨਲ ਵੀਡੀਓਜ਼ ਨੇ ਆਪਣੇ ਹੈਲਥ ਦੇ ਪ੍ਰਤੀ। ਕਿੱਥੇ ਵੀਡੀਓ ਦੇਖ ਲਈ, ਕਿਤੇ ਕਿਹੜੇ ਚੈਨਲ? ਨਿਊਜ਼ ਏਸ਼ੀਆ ਚੈਨਲ ਜਿਹੜਾ ਸਭ ਤੋਂ ਜ਼ਿਆਦਾ ਮਸ਼ਹੂਰ ਹੋ ਰਿਹਾ ਅੱਜ ਕੱਲ੍ਹ, ਉਸ ਚੈਨਲ ਤੇ ਦੇਖਿਆ ਔਰ ਕਾਫੀ ਅੱਛੀ ਵੀਡੀਓਜ਼ ਔਰ ਕਾਫੀ ਅੱਛੀ ਕਵਰਿੰਗ ਕਰ ਰਹੇ ਨੇ। ਕੀ ਬਾਤ ਹੈ, ਦਰਸ਼ਕਾਂ ਦੀ ਬੜੀ ਐਪਰੀਸ਼ੀਏਸ਼ਨ ਮਿਲ ਰਹੀ ਹੈ ਕਿ ਨਿਊਜ਼ ਏਸ਼ੀਆ ਪੰਜਾਬੀ ਜਿਹੜਾ ਪਪੂਲਰ ਹੋ ਰਿਹਾ ਔਰ ਦਰਸ਼ਕਾਂ ਦੀ ਜਿਹੜੀ ਇਹ ਜਾਣਕਾਰੀ 'ਚ ਵਾਧਾ ਕਰ ਰਿਹਾ। ਚਲੋ ਤੁਹਾਡਾ ਧੰਨਵਾਦ, ਤੁਸੀਂ ਤਾਰੀਫ ਕਰ ਰਹੇ ਹੋ, ਲੇਕਿਨ ਨਾਲ ਨਾਲ ਮੈਂ ਜਾਣਨਾ ਚਾਹਾਂਗਾ ਤੁਸੀਂ ਇੰਨੀ ਦੂਰੋਂ ਚੱਲ ਕੇ ਆਏ, ਇੱਥੇ ਪਹੁੰਚੇ, ਅੰਦਰ ਜਦੋਂ ਜਾਣ ਲੱਗੇ ਸੀ ਤਾਂ ਕੀ ਸੋਚ ਸੀ? ਅੰਦਰ ਬੈਠੇ 4 ਘੰਟੇ ਤੁਹਾਡੇ ਲਵਾਤੇ, ਕੁਝ ਹਾਸਲ ਵੀ ਕੀਤਾ? ਪਹਿਲਾਂ ਤਾਂ ਸੋਚ ਕੇ ਆਏ ਸੀਗੇ ਕਿ ਵੇਸਟੇਜ ਆਫ ਟਾਈਮ। ਪੱਕਾ? ਹਾਂਜੀ ਹਾਂਜੀ। ਬਟ ਪਰ ਫਿਰ ਆਏ ਕਿਉਂ? ਐਕਚੁਅਲੀ ਕਿਸੇ ਦੋਸਤ ਮਿੱਤਰ ਨੇ ਕਿਹਾ ਸੀਗਾ ਕਿ ਤੁਸੀਂ ਮਤਲਬ ਇਦਾਂ ਮੇਰੇ ਕਹਿਣ ਤੇ ਤੁਸੀਂ ਇੱਕ ਕਲਾਸ ਲਾਉਣ ਆਣੀ ਹੈ, ਤੇ ਬਟ ਮਤਲਬ ਵਿਚਾਰ ਬਣਾ ਕੇ ਚੱਲੇ। ਇੱਕ ਵਾਰ ਤਾਂ ਸੁਬਾਹ ਰਿਫਿਊਜ਼ ਹੀ ਕਰਤਾ ਬਈ ਨਹੀਂ ਜਾਣਾ ਹੈਗਾ। ਫਿਰ ਉਹਨਾਂ ਦਾ ਫਿਰ ਕੋਲ ਆਇਆ ਕਿ ਤੁਸੀਂ ਇੱਕ ਵਾਰੀ ਆਓ, ਡਾਕਟਰ ਸਾਹਿਬ ਦੀ ਤੁਸੀਂ ਸੁਣੋ। ਤੇ ਕੁਝ ਮਤਲਬ ਵੀਡੀਓਜ਼ ਵੀ ਦੇਖੀਆਂ ਸੀ ਡਾਕਟਰ ਸਾਹਿਬ ਦੀ, ਬਟ ਕਿਹਾ ਵੀ ਇੱਕ ਵਾਰੀ ਲਾਈਵ ਦੇਖ ਕੇ ਆਈਏ ਵੀ ਕੀ ਚੱਲ ਰਿਹਾ ਹੈ ਔਰ ਕਿੱਦਾਂ ਕੀ ਮੋਟੀਵੇਟ ਕਰਦੇ ਆ ਲਾਈਵ। ਠੀਕ ਹੈ, ਆ ਕੇ ਦੇਖਿਆ ਤਾਂ ਕਾਫੀ ਮਤਲਬ ਜੋ ਅੰਦਰ ਸੁਣਨ ਨੂੰ ਮਿਲਿਆ, ਸ਼ਾਇਦ ਲਾਈਫ ਵਿੱਚ ਆਪਾਂ ਕਦੇ ਉਹ ਅਸੈਪਟ ਵੀ ਨਹੀਂ ਕੀਤਾ, ਸੋਚਿਆ ਵੀ ਨਹੀਂ ਸੀਗਾ ਵੀ ਇਦਾਂ ਕੁਝ ਆਪਾਂ ਕਰਕੇ ਤਾਂ ਆਪਣੀ ਜਿਹੜੀ ਹੈਲਥ ਨੂੰ, ਆਪਣੇ ਹੈਲਥ ਇਸ਼ੂਜ਼ ਨੇ ਆਪਾਂ ਠੀਕ ਕਰ ਸਕਦੇ ਹਾਂ। ਅੱਛਾ, ਕੁਝ ਅੰਦਰ ਬੈਠ ਕੇ ਐਂ ਲੱਗਾ ਬੋਰ ਹੋਇਆ ਵੀ ਮੇਰਾ ਟਾਈਮ ਵੇਸਟ ਹੋ ਗਿਆ, ਜਾਂ ਫਿਰ ਮੈਂ ਤਾਂ ਥੱਕ ਗਿਆ, ਮੈਨੂੰ ਜਾਣ ਨਹੀਂ ਦਿੱਤਾ ਯਾਰ, ਉਹੀ ਆ ਗਿਆ ਯਾਰ? ਮੈਂ ਕਹਿੰਦਾ ਜੀ ਮਾਈਂਡ ਬਲੋਇੰਗ ਸਪੀਚ ਸੀਗੀ ਡਾਕਟਰ ਸਾਹਿਬ ਦੀ, ਮਾਈਂਡ ਬਲੋਇੰਗ ਲੈਕਚਰ ਸੀਗਾ। ਆਪਾਂ ਉਸ ਲੈਕਚਰ ਨੂੰ ਮਤਲਬ ਇਹ ਸਮਝ ਸਕਦੇ ਹਾਂ ਕਿ ਆਪਣੇ ਇੱਕ ਰੈਵੋਲੂਸ਼ਨਰੀ ਕੰਮ ਕਰ ਰਹੇ ਨੇ ਕਿ ਆਪਾਂ ਕਿੱਦਾਂ ਹੈਲਥ ਨੂੰ ਲੈ ਕੇ ਆਪਾਂ ਹੋ ਰਹੇ ਹਾਂ। ਮਤਲਬ ਕਿ ਆਪਾਂ ਅੱਜ ਤੱਕ ਧਿਆਨ ਹੀ ਨਹੀਂ ਦਿੱਤਾ ਆਪਣੀ ਹੈਲਥ ਪਿੱਛੇ, ਆਪਾਂ ਬਸ ਮਟੀਰੀਅਲ ਪਿੱਛੇ ਭੱਜ ਰਹੇ ਹਾਂ, ਦੌੜਾਂ ਕਰ ਰਹੇ ਹਾਂ। ਆਪਾਂ ਜਿਹੜੀ ਪ੍ਰੋਗਰੈਸ ਕਹਿ ਰਹੇ ਹਾਂ ਉਹ ਪ੍ਰੋਗਰੈਸ ਤਾਂ ਐਕਚੁਅਲੀ ਹੈ ਹੀ ਨਹੀਂ। ਆਪਾਂ ਆਉਣ ਵਾਲੀਆਂ ਪੀੜ੍ਹੀਆਂ ਦਾ ਨਾਸ਼ ਕਰ ਬੈਠੇ ਹਾਂ ਉਹ ਪ੍ਰੋਗਰੈਸ ਕਰਦੇ ਕਰਦੇ। ਬਹੁਤ ਕੁਝ ਸੁਣਨ ਨੂੰ, ਬਹੁਤ ਕੁਝ ਅੱਖਾਂ ਖੁੱਲ੍ਹ ਗਈਆਂ ਜੀ, ਬਹੁਤ ਕੁਝ ਦੇਖਿਆ ਜੀ। ਬਹੁਤ ਧੰਨਵਾਦ ਤੁਹਾਡਾ, ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਆਪਣਾ ਅੰਦਰ ਦਾ ਤਜਰਬਾ ਕੀਤਾ, ਸਾਂਝਾ ਕੀਤਾ, ਬਹੁਤ ਬਹੁਤ ਥੈਂਕ ਯੂ ਜੀ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਪੋਜ਼ਿਟਿਵਿਟੀ ਨਿਕਲ ਕੇ ਸਾਹਮਣੇ ਆ ਰਹੀ ਹੈ, ਕਿੱਦਾਂ ਅੰਦਰ ਲੋਕ ਜਾ ਰਹੇ ਨੇ, ਕਿੱਦਾਂ ਅੰਦਰੋਂ ਬਾਹਰ ਨਿਕਲ ਕੇ ਆ ਰਹੇ ਨੇ, ਅੰਦਰੋਂ ਜਦੋਂ ਬਾਹਰ ਨਿਕਲਦੇ ਨੇ ਤੇ ਕੀ ਇਫੈਕਟ ਨਿਕਲ ਕੇ ਆ ਰਿਹਾ, ਕਿੱਦਾਂ ਦੀ ਸੋਚ ਦੇ ਨਾਲ ਅੰਦਰ ਜਾਂਦੇ ਸੀ ਤੇ ਜਦੋਂ ਨਿਕਲ ਕੇ ਆਏ ਤਾਂ ਫਿਰ ਕਿੱਦਾਂ ਦੀ ਸੋਚ ਹੈਗੀ ਹੈ। ਕੇਸ ਹੋਰ ਅੰਦਰੋਂ ਨਿਕਲ ਕੇ ਆਏ ਨੇ ਭੈਣ ਜੀ, ਤੇ ਮੈਨੂੰ ਇਦਾਂ ਲੱਗਿਆ ਕਿ ਇਹ ਵੀ ਚੀਜ਼ ਤੁਹਾਡੇ ਸਾਹਮਣੇ ਆਉਣੀ ਚਾਹੀਦੀ ਹੈ, ਕਿਉਂਕਿ ਅੰਦਰ ਬਾਹਰ ਨਿਕਲ ਕੇ ਆਏ ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਵੀ ਅੰਦਰੋਂ ਨਿਕਲ ਕੇ ਆ ਰਹੇ ਹੋ? ਕਹਿੰਦੇ ਹਾਂਜੀ। ਮੈਂ ਕਿੱਥੋਂ ਦੇ ਰਹਿਣ ਵਾਲੇ ਹੋ? ਉਹਨਾਂ ਨੇ ਜਾਣਕਾਰੀ ਦਿੱਤੀ। ਆਪਾਂ ਇਹਨਾਂ ਤੋਂ ਜਾਣਕਾਰੀ ਮਤਲਬ, ਕਿਉਂਕਿ ਜੇ ਮੈਂ ਦੱਸਾਂਗਾ ਸ਼ਾਇਦ ਤੁਹਾਨੂੰ ਲੱਗੇ ਵੀ ਨਹੀਂ ਸ਼ਾਇਦ ਬੰਦਾ ਐਵੇਂ ਮਾਰਦਾ ਹੋਣਾ। ਇਹਨਾਂ ਦੇ ਮੂੰਹ ਸੁਣਦੇ ਆ ਵੀ ਕਿਉਂ ਆਏ ਨੇ, ਕਿੱਥੋਂ ਆਏ ਨੇ, ਕੀ ਹੋਇਆ ਸੀ, ਇਹ ਸਾਰੀ ਗੱਲ ਤੁਹਾਨੂੰ ਦੱਸਦਾ। ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਨਾਮ ਹੈ ਜੀ ਤੁਹਾਡਾ? ਭਾਜੀ ਰਣਜੀਤ ਕੌਰ। ਰਣਜੀਤ ਕੌਰ ਜੀ, ਕਿੱਥੋਂ ਦੇ ਰਹਿਣ ਵਾਲੇ ਹੋ? ਬਟਾਲਾ ਰੋਡ ਮੁਸਤਾਬਾਦ ਤੋਂ। ਬਟਾਲਾ ਰੋਡ ਮੁਸਤਫਾਬਾਦ। ਅੱਛਾ, ਇਹ ਉਰੇ ਆਉਣ ਦਾ ਕਾਰਨ ਕਿਉਂਕਿ ਦੂਰ ਹੈ ਤੇ ਇਹ ਪੈਸੇ ਵੀ ਲੱਗਦੇ ਨੇ ਉਰੇ ਆਉਣ ਦੇ, ਉਰੇ ਪੈਸੇ ਵੀ ਖਰਚੇ ਹੋਣੇ ਲੱਗਦੇ ਆ, ਉੱਥੇ ਸਾਰਾ ਆਪਣੀ ਸਿਹਤ ਵਾਸਤੇ ਲਾਣੇ ਪੈਣੇ ਆ। ਕੀ ਹੋਇਆ ਵੈਸੇ, ਸਿਹਤ ਕੋਈ ਖਰਾਬ ਸੀਗੀ? ਹਾਂਜੀ, ਸ਼ੂਗਰ ਸੀਗੀ, ਹਾਰਟ ਦਾ ਪ੍ਰੋਬਲਮ ਸੀਗੀ, ਤੇ ਲੱਕ ਦੀ ਪੇਨ ਬਹੁਤ ਦਰਦ ਹੁੰਦੀ ਸੀਗੀ, ਤੇ ਲੱਤਾਂ ਬਹੁਤ ਸੁੰਨ ਹੋ ਜਾਂਦੀਆਂ, ਚੱਲਿਆ ਨਹੀਂ ਜਾਂਦਾ। ਤੇ ਫਿਰ ਇੱਥੇ ਅੰਦਰ ਜਦੋਂ ਆਏ ਸਿਰਫ ਜਾਣਕਾਰੀ ਲੈਣ ਆਏ ਕਿ ਅੰਦਰੋਂ ਕਿਤੇ ਖਰਾਬੀ ਹੁੰਦੀ ਹੈ ਬੋਡੀ ਦੇ ਅੰਦਰ? ਹਾਂਜੀ, ਜਾਣਕਾਰੀ ਤੇ ਪੂਰੀ ਲਵਾਂਗੇ ਹੁਣ ਸੈਮੀਨਾਰ ਵੀ ਨਾਲ ਕਰਾਂਗੇ ਆਪਾਂ। ਨਹੀਂ, ਜਾਣਕਾਰੀ ਹੋ ਗਈ ਹੁਣ ਪੂਰੀ? ਹਾਂਜੀ। ਕੀ ਪਤਾ ਲੱਗਿਆ ਵੀ ਕੀ ਹੋਇਆ ਸੀ ਬੋਡੀ ਮਤਲਬ ਕਿ ਸਰੀਰ ਜਿਹੜਾ ਸੀ ਨਾ ਬਿਮਾਰ ਰਹਿੰਦਾ ਸੀਗਾ। ਕੁਝ ਪਹਿਲਾਂ ਹੀ ਮੈਂ ਬਾਜ਼ਾਰ ਤੋਂ ਲਿਆ ਕੇ ਖਾਂਦੀ ਪਈ ਸੀਗੀ, ਜਦੋਂ ਇਹਨਾਂ ਦਾ ਮਿਲਿਆ ਸਾਨੂੰ
ਤੇ ਇਹਨਾਂ ਕੋਲੋਂ ਮੈਡੀਸਨ ਵੀ ਲਿੱਤੀ, ਐਮਡੀ ਲਿੱਤੀ ਤੇ ਤੁਲਸੀ ਅਰਕ ਲਿੱਤਾ। ਹੁਣ ਬਿਲਕੁਲ ਆਪਾਂ ਠੀਕ ਹੈਗੇ ਆ। ਤੇ ਫਿਰ ਡਾਕਟਰ ਵਰਿੰਦਰ ਸਿੰਘ ਭੁੱਲਰ ਨਾਲ ਕਿਵੇਂ ਜੁੜ ਗਏ? ਉਹ ਉਹਨਾਂ ਦੇ ਨਾਲ ਜੁੜੇ ਹੋਏ ਆ। ਅੱਛਾ, ਤੇ ਤੁਸੀਂ ਅੰਦਰ ਆ ਕੇ ਕੁਝ ਹਾਸਲ ਕੀਤਾ? ਹਾਂਜੀ, ਕੀ ਮਿਲਿਆ? ਅੰਦਰੋਂ ਬਹੁਤ ਜਾਣਕਾਰੀ ਮਿਲੀ ਹੈ ਸਰ। ਖੁਸ਼ ਹੋ ਅੰਦਰੋਂ? ਇਹ ਤਾਂ ਨਹੀਂ ਲੱਗਾ ਵੀ ਟਾਈਮ ਵੇਸਟ? ਨਹੀਂ, ਬਹੁਤ ਜ਼ਿਆਦਾ ਖੁਸ਼ ਹੈ, ਬਹੁਤ ਜ਼ਿਆਦਾ ਖੁਸ਼। ਠੀਕ, ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸੋ ਹੁਣ ਜਾਂਦੇ ਜਾਂਦੇ ਆਪਾਂ ਇਹ ਕਹਿ ਸਕਦੇ ਹਾਂ ਵੀ ਬਹੁਤ ਬਹੁਤ ਧੰਨਵਾਦ, ਕਿਉਂਕਿ ਇਹ ਇੱਕ ਜਿਹਾ ਕੇਸ ਸੀਗਾ ਜਿਹੜਾ ਮੈਨੂੰ ਲੱਗਿਆ ਵੀ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੀਦਾ ਕਿ ਬਿਮਾਰ ਸੀਗੇ, ਬਿਮਾਰੀ ਦੇ ਬਾਵਜੂਦ ਹੋਰ ਪਾਸੇ ਇਲਾਜ ਕਰਾ ਰਹੇ ਸੀ। ਇਹਨਾਂ ਨੂੰ ਲੱਗਿਆ ਵੀ ਆਪਾਂ ਨੂੰ ਕਿੱਥੋਂ ਬਹੁਤ ਪੈਸੇ ਖਰਚ ਕੀਤੇ। ਮੇਰੀ ਗਰਮੀ ਨਿਕਲਦੀ ਹਸਪੀਟਲ ਸੀਗੀ, 4 ਦਿਨ ਘਰ, 10 ਦਿਨ ਹਸਪੀਟਲ। ਹਾਂਜੀ, ਇਹਨਾਂ ਦੀ ਆਪਣੇ ਦੇਖੋ ਸਵਾਲ ਵੀ ਨਹੀਂ ਪੁੱਛਿਆ, ਆਪਣੇ ਅੰਦਰੋਂ ਨਿਕਲਦੀ ਹੈ ਜਾਣਕਾਰੀ। ਤੇ ਪਰ ਉਹਦੇ ਬਾਵਜੂਦ ਜਦੋਂ ਹੁਣ ਇਹ ਅੰਦਰੋਂ ਨਿਕਲ ਕੇ ਆ ਰਹੇ ਨੇ, ਕਾਫੀ ਪੋਜ਼ਿਟਿਵਿਟੀ ਹੈ। ਤੇ ਹੁਣ ਲੱਗ ਰਿਹਾ ਕਿ ਜਿਹੜੀ ਜਾਣਕਾਰੀ ਇਹਨਾਂ ਨੇ ਹਾਸਲ ਕੀਤੀ ਹੈ ਉਸ ਚੀਜ਼ ਨਾਲ ਨਾ ਆਪ ਫਾਇਦਾ ਚੁੱਕਣਗੇ, ਨਾ ਸਿਰਫ ਬਲਕਿ ਹੋਰਾਂ ਤੱਕ ਵੀ ਸਾਰੀ ਜਾਣਕਾਰੀ ਇਹ ਪਹੁੰਚਾਉਣਗੇ ਤੇ ਤੰਦਰੁਸਤੀ ਜਿਹੜੀ ਆ ਉਹ ਵੰਡਣਗੇ। ਸਾਰਾ ਅੱਗੇ ਵਧੀ ਹੋਈ ਆ। ਵੀਡੀਓ ਨਿਊਜ਼ ਏਸ਼ੀਆ ਪੰਜਾਬੀ ਦੇ ਸਾਰਾ ਤੁਹਾਡੀਆਂ ਸਾਰੀਆਂ ਵੇਖਦੀ ਆ ਮੈਂ, ਸਾਰੀਆਂ ਡਾਊਨਲੋਡ ਕੀਤੀਆਂ ਹੋਈਆਂ ਫੋਨ ਤੇ, ਉਹੀ ਦੇਖਦੀ ਰਹਿੰਦੀ ਮੈਂ। ਬਹੁਤ ਧੰਨਵਾਦ, ਬਹੁਤ ਧੰਨਵਾਦ, ਬਹੁਤ ਧੰਨਵਾਦ। ਸੋ ਸਿੱਖਣ ਨੂੰ ਮਿਲਿਆ ਬਹੁਤ ਜ਼ਿਆਦਾ। ਬਹੁਤ ਧੰਨਵਾਦ ਜੀ। ਸੋ ਤੁਹਾਨੂੰ ਇਹ ਅੱਜ ਦੀ ਇਹ ਵੀਡੀਓ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ, ਤਾਂ ਕਿ ਇਹ ਜਾਣਕਾਰੀ ਘਰ ਘਰ ਪਹੁੰਚੇ ਤੇ ਜੋ ਮਿਸ਼ਨ ਲੈ ਕੇ ਡਾਕਟਰ ਵਰਿੰਦਰ ਸਿੰਘ ਭੁੱਲਰ ਤੇ ਉਹਨਾਂ ਦੀ ਟੀਮ ਚੱਲੀ ਹੈ ਉਹ ਮਿਸ਼ਨ ਪੂਰਾ ਹੋਵੇ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।